जिस दिन ਵਿਆਹ ਹੋਇਆ ਤਾਂ ਐਦਾਂ ਲੱਗਿਆ ਕਿ ਕਿਸੇ ਨੇ ਉੱਡਦੇ ਉੱਡਦੇ ਖੰਭ ਕੱਟਦੇ ਕਿਉਂਕਿ ਮੈਨੂੰ ਬੜਾ ਸ਼ੌਂਕ ਸੀ ਕਿ ਮੇਰੇ ਨਾਮ ਨਾਲ ਡਾਕਟਰ ਲੱਗੇ। ਜੇ ਮਦਰ ਟੀਵੀ ਦੇਖ ਰਹੀ ਹੈ ਤਾਂ ਬੱਚੇ ਵੀ ਸਾਰਾ ਦਿਨ ਬੈਠ ਕੇ ਟੀਵੀ ਦੇਖਣਗੇ। ਫਿਰ ਅਸੀਂ ਇੱਕ ਟਾਈਮ ਐਸਾ ਆ ਜਾਂਦਾ ਕਿ ਅਸੀਂ ਕਹਿੰਦੇ ਆ ਵੀ ਇਹ ਸਾਰਾ ਦਿਨ ਟੀਵੀ ਦੇਖਦੇ ਆ, ਪੜ੍ਹਦੇ ਨਹੀਂ ਹੈ। ਚਾਹੇ ਮੇਰਾ ਕਿਚਨ ਦਾ ਕੋਈ ਖਰਚਾ ਰੁਕ ਜਾਏ, ਮੇਰੇ ਘਰ ਦੀ ਰੋਟੀ ਨਾ ਪੱਕੇ, ਪਰ ਕਿਤਾਬ ਜਦੋਂ ਚਾਹੀਦੀ ਹੈ ਤਾਂ ਉਦੋਂ ਕਿਤਾਬ ਹੀ ਆਏਗੀ, ਚਾਹੇ ਘਰ ਚਾਟਾ ਨਾ ਹੋਵੇ। ਕਈ ਟਿਫਨਸ ਐਸੇ ਹੁੰਦੇ ਸੀ ਜਿਹੜੇ 3-3 ਦਿਨ ਬਾਅਦ ਆਉਂਦੇ ਸੀ, ਜਿਵੇਂ ਫਰਾਈਡੇ ਨੂੰ ਟਿਫਨ ਗਿਆ, ਸੈਟਰਡੇ ਸੰਡੇ ਆਫਿਸ ਆਫ ਹੋ ਗਿਆ, ਮੰਡੇ ਨੂੰ ਜਦੋਂ ਆਉਂਦੇ ਸੀ ਉਹਨਾਂ 'ਚ ਕੀੜੇ ਚੱਲ ਰਹੇ ਹੁੰਦੇ ਸੀ, ਉਹਨਾਂ 'ਚੋਂ ਸਮੈਲ ਆ ਰਹੀ ਹੁੰਦੀ ਸੀ। ਤੇ ਉਹਨਾਂ ਨੇ ਮੈਨੂੰ ਆ ਕੇ ਕਹਿਣਾ, ਹਰਮਨ ਤੂੰ ਬਚਦੀ ਨਹੀਂ। ਤੇ ਮੈਂ ਉਹਨਾਂ ਨੂੰ ਅੱਗੋਂ ਹੱਸ ਕੇ ਕਹਿਣਾ, ਡਾਕਟਰ ਸਾਹਿਬ ਮੈਂ ਮਰਦੀ ਨਹੀਂ। ਕਹਿੰਦੇ ਕਿਉਂ? ਮੇਰੇ ਰਿਸ਼ਤੇਦਾਰਾਂ ਨੇ ਜਿਹੜੇ ਬਹੁਤ ਕਲੋਜ਼ ਸੀ ਮੈਨੂੰ ਇੱਥੋਂ ਤੱਕ ਕਿਹਾ ਕਿ ਤੂੰ ਇਹ ਨਾ ਦੱਸਿਆ ਕਰ ਕਿਸੇ ਨੂੰ ਕਿ ਅਸੀਂ ਤੇਰੇ ਰਿਸ਼ਤੇਦਾਰ ਹਾਂ, ਸਾਡੀ ਬੇਇੱਜ਼ਤੀ ਹੁੰਦੀ ਹੈ, ਤੂੰ ਇੱਥੇ ਸੜਕਾਂ 'ਤੇ ਰੇਹੜੀ ਲਾਉਂਦੀ ਆ। ਮੈਨੂੰ ਇੰਨੀ ਵੀ ਪਰਮਿਸ਼ਨ ਨਹੀਂ ਸੀ ਛੋਟੀ ਨੂੰ ਹੋਣ ਦੇ ਉਸ ਤੋਂ ਕਿ ਮੈਂ ਗੇਟ 'ਤੇ ਜਾ ਕੇ ਅਗਰ ਸਬਜ਼ੀ ਵਾਲਾ ਆਇਆ ਤਾਂ ਮੈਂ ਉਸ ਤੋਂ ਸਬਜ਼ੀ ਲੈ ਲਾਂ ਕਿ ਹੇ ਰੱਬਾ ਇੱਕ ਖੰਭ ਦਿੱਤਾ, ਇੱਕ ਹੋਰ ਦੇ ਦੇ, ਮੈਂ ਉੱਡਣਾ। ਸੋ ਜਦੋਂ ਦੂਸਰੀ ਬੇਟੀ ਹੋਈ ਮੈਨੂੰ ਲੱਗਿਆ ਯੈਸ ਹੁਣ ਮੈਂ ਆਪਣੇ ਸੁਪਨੇ ਪੂਰੇ ਕਰ ਸਕਦੀ ਹਾਂ, ਕਿਉਂਕਿ ਮੇਰੀ ਜ਼ਿੰਦਗੀ ਦੇ 3 ਅਸੂਲ ਹੈ, ਨਾ ਅੱਕਣਾ, ਨਾ ਥੱਕਣਾ, ਨਾ ਜਕਣਾ, ਸਿਰਫ ਆਪਣੇ ਸੁਪਨਿਆਂ ਵੱਲ ਤੱਕਣਾ। ਮੇਰੇ ਮਦਰ ਇਨ ਲਾ ਨੂੰ ਸ਼ੁਰੂ ਤੋਂ ਇਹ ਰਿਹਾ ਕਿ 2 ਧੀਆਂ ਨੇ, ਮਤਲਬ ਉਹ ਕਈ ਵਾਰੀ ਬੜੇ ਰੂਡ ਵਰਡ ਵੀ ਬੋਲ ਦਿੰਦੇ ਸੀ, ਭੂਤ ਜੰਮਤੇ, ਇਹ ਹੋ ਗਿਆ ਉਹ ਹੋ ਗਿਆ, ਮਤਲਬ ਮੈਨੂੰ ਜਿਹੜੇ ਬਹੁਤ ਚੁਭਦੇ ਸੀ ਕਿ ਉਸ ਪਿੰਜਰੇ 'ਚ ਰਹਿੰਦੇ ਰਹਿੰਦੇ ਉਸ ਇਨਸਾਨ ਕਰਕੇ ਕਦੋਂ ਮੈਨੂੰ ਪਿੰਜਰੇ ਨਾਲ ਪਿਆਰ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ, ਜਦ ਕਿ ਮੈਂ ਪਿੰਜਰੇ 'ਚ ਉੱਡ ਸਕਦੀ ਸੀ। ਜਦੋਂ ਵੀ ਮੈਨੂੰ ਇਹ ਉਲਾਂਭਾ ਮਿਲਦਾ ਸੀ ਕਿ ਤੂੰ ਮੁੰਡਾ ਨਹੀਂ ਜੰਮਿਆ, ਤੇ ਨਾਲ ਦੀ ਨਾਲ ਇੱਕ ਉਲਾਂਭਾ ਹੋਰ ਮਿਲਦਾ ਸੀ ਕਿ ਤੇਰੀਆਂ ਧੀਆਂ ਦੇ ਪੇਕੇ ਖਤਮ ਹੋ ਜਾਣੇ ਤੇਰੇ ਮਰਨ ਤੋਂ ਬਾਅਦ। ਤੇਰੀ ਜਿਹੜੀ ਬੇਟੀ ਹੈ ਨਾ ਇਹ ਬਹੁਤ ਦਬੰਗ ਹੈ, ਇਹਨੂੰ ਥੋੜੀ ਲਗਾਮ ਲਗਾ। ਤੇ ਮੇਰੇ ਮੰਮਾ ਦਾ ਜਵਾਬ ਪਤਾ ਕੀ ਸੀ? ਉਹ ਕਹਿੰਦੇ ਲਗਾਮ ਘੋੜੀਆਂ ਨੂੰ ਦਿੱਤੀ ਜਾਂਦੀ ਹੈ, ਸ਼ੇਰਨੀ ਹੈ। ਉਹਨਾਂ ਨੇ ਅਕਸਰ ਮੈਨੂੰ ਇੱਕ ਸ਼ਬਦ ਕਹਿਣੇ ਜਿਹੜੇ ਮੇਰੇ ਸੂਲ ਵਾਂਗੂ ਚੁਭਦੇ ਹੁੰਦੇ ਸੀ ਕਿ ਮੇਰੇ 3 ਮੁੰਡੇ ਨੇ, 3 ਪੋਤੇ ਨੇ, ਜੇ ਤੂੰ ਇੱਕ ਮੁੰਡਾ ਹੋਰ ਜੰਮ ਜਾਂਦੀ ਤੇ ਮੇਰੀ ਅਰਥੀ ਨੂੰ 4 ਕੰਧਾਂ ਦਿੰਦੇ, ਅੱਜ ਮੇਰੀ ਅਰਥੀ 'ਚ ਕਾਣ ਪੈ ਗਈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਬੀ ਸੋਸ਼ਲ ਤੇ ਮੈਂ ਤੁਹਾਡੇ ਨਾਲ ਰਣਦੀਪ ਅੰਧੀਰ। ਅਕਸਰ ਸਾਨੂੰ ਸਾਰਿਆਂ ਨੂੰ ਮਰਨ ਤੋਂ ਬਹੁਤ ਡਰ ਲੱਗਦਾ ਹੈ, ਅਸੀਂ ਮਰਨਾ ਨਹੀਂ ਚਾਹੁੰਦੇ, ਕਿਉਂਕਿ ਜਦੋਂ ਸਾਨੂੰ ਇਹ ਖਿਆਲ ਤੱਕ ਆਉਂਦਾ ਹੈ ਕਿ ਮੌਤ ਸਾਡੇ ਨੇੜੇ ਹੈ, ਸਾਨੂੰ ਫਿਰ ਯਾਦ ਆਉਂਦਾ ਹੈ ਕਿ ਅਸੀਂ ਤਾਂ ਹਾਲੇ ਜ਼ਿੰਦਗੀ ਜਿਉਂ ਹੀ ਨਹੀਂ। ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਜੋ ਮਹਿਮਾਨ ਨੇ ਉਹ ਅਜਿਹੀ ਹੀ ਸ਼ਖਸੀਅਤ ਨੇ ਜਿਨ੍ਹਾਂ ਨੇ ਮੌਤ ਨੂੰ ਬਹੁਤ ਨੇੜਿਓਂ ਵੇਖਿਆ, ਪਰ ਇਸ ਤੋਂ ਬਾਅਦ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ। ਉਹ ਉੱਠੇ, ਆਪਣੇ ਸੁਪਨਿਆਂ ਦੇ ਲਈ ਦੁਬਾਰਾ ਤੋਂ ਖੜੇ ਹੋਏ ਤੇ ਜ਼ਿੰਦਗੀ ਜਿਉਈ, ਉਹ ਵੀ ਇਸ ਢੰਗ ਨਾਲ ਜਿਸ ਢੰਗ ਨਾਲ ਆਮ ਲੋਕੀ ਜਾਂ ਅਸੀਂ ਸਾਰੇ ਸੋਚ ਵੀ ਨਹੀਂ ਸਕਦੇ। ਸਾਨੂੰ ਲੱਗਦਾ ਹੈ ਕਿ ਇਸ ਤੋਂ ਅੱਗੇ ਜ਼ਿੰਦਗੀ 'ਚ ਹੋਰ ਕੁਝ ਨਹੀਂ ਹੋ ਸਕਦਾ। ਜ਼ਿੰਦਗੀ ਨੇ ਵਾਰ-ਵਾਰ ਉਹਨਾਂ ਦੇ ਅੱਗੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ, ਵਾਰ-ਵਾਰ ਡਿੱਗੇ, ਫਿਰ ਉੱਠੇ, ਫਿਰ ਖੜੇ ਹੋਏ, ਫਿਰ ਲੜੇ, ਤੇ ਅੱਜ ਵੀ ਉਹਨਾਂ ਦਾ ਇਹ ਸੰਘਰਸ਼ ਲਗਾਤਾਰ ਜਾਰੀ ਹੈ। ਜੀ ਹਾਂ, ਸਾਡੇ ਨਾਲ ਮੌਜੂਦ ਨੇ ਮੈਡਮ ਹਰਮਨਪ੍ਰੀਤ ਜੀ। ਹਰਮਨ ਮੈਮ ਮਾਸਟਰ ਸ਼ੈਫ ਸੀਜ਼ਨ 6 ਦੇ ਟੌਪ 20 ਕੈਂਡੀਡੇਟਸ ਦੇ ਵਿੱਚੋਂ ਇੱਕ ਰਹੇ ਨੇ। 2.5 ਲੱਖ ਬੰਦਿਆਂ ਦੇ ਵਿੱਚੋਂ ਆਖਰੀ 20 ਦੇ ਵਿੱਚ ਇਹ ਸ਼ਾਮਿਲ ਹੋਏ, ਔਰ ਉਹ ਵੀ ਬ੍ਰੇਨ ਹੈਮਰੇਜ ਹੋਣ ਤੋਂ ਬਾਅਦ। ਕਿਵੇਂ ਦਾ ਰਿਹਾ ਇਹਨਾਂ ਦਾ ਸਫ਼ਰ, ਜਾਣਦੇ ਹਾਂ ਖੁਦ ਇਹਨਾਂ ਤੋਂ ਹੀ। ਮੈਮ ਬਹੁਤ ਬਹੁਤ ਸਵਾਗਤ ਕਰ ਰਹੀ ਹਾਂ ਤੁਹਾਡਾ। ਥੈਂਕ ਯੂ। ਸਭ ਤੋਂ ਪਹਿਲੇ ਆਪਣੇ ਬਚਪਨ ਦੇ ਬਾਰੇ 'ਚ ਦੱਸੋ। ਮੇਰਾ ਬਚਪਨ ਪੰਜਾਬੀ ਯੂਨੀਵਰਸਿਟੀ ਕੈਂਪਸ 'ਚ ਬੀਤਿਆ ਤੇ ਬਹੁਤ ਸ਼ਰਾਰਤੀ ਹੁੰਦੀ ਸੀ ਮੈਂ। ਸਾਰਾ ਦਿਨ ਮਤਲਬ ਮੇਰੀਆਂ ਗਰਲਸ ਜਿਹੜੀਆਂ ਸੀਗੀਆਂ ਉਹ ਘੱਟ ਫਰੈਂਡਸ ਬਣਦੀਆਂ ਸੀ, ਜਿਹੜੇ ਮੇਰੇ ਮੇਲ ਫਰੈਂਡਸ ਜ਼ਿਆਦਾ ਸੀ, ਤੇ ਉਹਨਾਂ ਦੇ ਨਾਲ ਪਤੰਗ ਉਡਾਉਣੀ, ਬੰਟੇ ਖੇਡਣੇ, ਮਤਲਬ ਸਾਰੇ ਪੁੱਠੇ ਕੰਮ ਜਿਹੜੇ ਸ਼ਰਾਰਤੀ ਕੁੜੀਆਂ ਵਾਸਤੇ ਸ਼ਰਾਰਤੀ ਮੰਨੇ ਜਾਂਦੇ, ਮਤਲਬ ਉਹ ਸਾਰੇ ਕੰਮ ਮੈਂ ਕਰਦੀ ਸੀ। ਮਤਲਬ ਦੂਸਰਾ ਡੋਲਸ, ਹਾਂ ਇੱਕ ਕੁੜੀਆਂ ਵਾਲਾ ਉਹ ਜ਼ਰੂਰ ਮੈਨੂੰ ਪਸੰਦ ਸੀ ਕਿ ਮੈਂ ਡੋਲਸ ਨਾਲ ਖੇਡਣਾ ਮੈਨੂੰ ਬੜਾ ਅੱਛਾ ਲੱਗਦਾ ਸੀ। ਡੋਲਸ ਬਣਾਉਣੀਆਂ, ਫਿਰ ਉਹਨਾਂ ਦੇ ਵਿਆਹ ਕਰਨੇ, ਫਿਰ ਉਹ ਪੂਰਾ ਸਾਰਾ ਕੁਝ ਉਹ ਵੀ ਤਾਂ ਪਸੰਦ ਸੀ ਕਿਉਂਕਿ ਕੁਕਿੰਗ ਮੈਨੂੰ ਬੜੀ ਪਸੰਦ ਸੀ ਬਚਪਨ ਤੋਂ। ਤੇ ਉਹਦੇ ਵਿੱਚ ਇਹ ਹੁੰਦਾ ਸੀ ਕਿ ਜਦੋਂ ਵਿਆਹ ਕਰਦੇ ਸੀ ਤੇ ਉਹ ਜਿਹੜਾ ਉਹਦੇ ਵਿੱਚ ਖਾਣਾ ਬਣਾਉਂਦੇ ਸੀ ਜੀ ਉਹ ਮੈਂ ਆਪ ਕਰਦੀ ਹੁੰਦੀ ਸੀ। ਇੱਥੋਂ ਤੱਕ ਕਿ ਕੈਂਪਸ ਦੇ ਵਿੱਚ ਸਾਰੇ ਬੱਚਿਆਂ ਨੂੰ ਮੈਂ ਨਾਲ ਲਾਇਆ ਹੋਣਾ ਵੀ ਬਰਾਤ ਆ ਰਹੀ ਹੈ, ਤੇ ਉਹ ਇੱਟਾਂ ਦੇ ਚੁੱਲ੍ਹੇ ਬਣਾ ਕੇ ਉਹਦੇ ਉੱਤੇ ਵੀ ਅਸੀਂ ਉੱਥੇ ਕੈਂਪਸ ਦੇ ਵਿੱਚ ਕੁਛ ਨਾ ਕੁਛ ਅੰਦਰੋਂ ਕਿਸੇ ਨੇ ਕੜਾਹੀ ਲੈ ਆਉਣੀ, ਕਿਸੇ ਨੇ ਪਨੀਰ ਲੈ ਆਉਣਾ, ਕਿਸੇ ਨੇ ਖੰਡ ਲੈ ਆਉਣੀ, ਉਹ ਸਾਰਾ ਕੁਛ ਉਹ ਖੇਡਾਂ ਖੇਡਦੇ ਹੁੰਦੇ ਸੀ।
ਤੇ ਬਸ ਐਦਾਂ ਹੀ ਰਿਹਾ, ਸ਼ਰਾਰਤਾਂ ਪੂਰੀਆਂ ਕੀਤੀਆਂ, ਕੰਧਾਂ ਟੱਪਣੀਆਂ, ਸਭ ਕੁਝ ਉਹ ਕਰਨੇ, ਕਿਸੇ ਦਾ ਕੁਝ ਚੱਕ ਕੇ ਕਿਸੇ ਦੇ ਘਰ ਰੱਖਿਆ ਏ। ਮਤਲਬ ਸ਼ਰਾਰਤੀ ਹੁੰਦੀ ਸੀ ਪਰ ਡਰੀਮਰ ਹੁੰਦੀ ਸੀ। ਜਿਵੇਂ ਸਾਰੇ ਹੀ ਬੱਚੇ ਜਿਹੜੇ ਨੇ ਸ਼ਰਾਰਤੀ ਹੁੰਦੇ ਆ, ਹੈ ਨਾ, ਪਰ ਜਿਵੇਂ ਤੁਸੀਂ ਕਿਹਾ ਕਿ ਤੁਹਾਡੇ ਨਾਮ ਦੇ ਨਾਲ ਜੇ ਅੱਜ ਦੀ ਗੱਲ ਕਰਾਂ ਤਾਂ ਹਰਮਨ ਮਾਸਟਰ ਸ਼ੈਫ, ਹਾਂਜੀ, ਨਾ, ਕਿਉਂਕਿ ਤੁਸੀਂ ਮਾਸਟਰ ਸ਼ੈਫ ਸੀਜ਼ਨ 6 ਜਿਹੜਾ ਸੀ ਉਹਦੇ 'ਚ ਤੁਸੀਂ ਟੌਪ 20s ਦੇ ਵਿੱਚੋਂ ਇੱਕ ਰਹੇ ਹੋ, 2.5 ਲੱਖ ਕੈਂਡੀਡੇਟਸ ਦੇ ਵਿੱਚੋਂ ਤੁਸੀਂ ਉੱਥੇ ਪਹੁੰਚੇ। ਪਰ ਇਸ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਐਵੇਂ ਦਾ ਕੀ ਵਾਪਰਿਆ ਕਿ ਤੁਸੀਂ ਸੋਚਿਆ ਕਿ ਮੈਂ ਇਸੇ ਪਾਸੇ ਵੱਲ ਨੂੰ ਜਾਣਾ ਹੈ? ਕੀ ਜ਼ਿੰਦਗੀ ਇੰਨੀ ਸੁਖਾਵੀਂ ਸੀ ਤੁਹਾਡੇ ਲਈ? ਬਹੁਤ ਆਸਾਨ ਰਿਹਾ ਇਹ ਰਸਤਾ ਜਾਂ ਕੀ ਸੀ? ਨਹੀਂ, ਆਸਾਨ ਤਾਂ ਨਹੀਂ ਰਿਹਾ, ਪਰ ਮੁਸ਼ਕਲਾਂ ਆਈਆਂ, ਬਹੁਤ ਆਈਆਂ, ਪਰ ਹਰ ਮੁਸ਼ਕਲ ਮੈਨੂੰ ਪਹਿਲਾਂ ਨਾਲੋਂ ਮਜ਼ਬੂਤ ਕਰਦੇ ਹੋਏ ਗਈ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਮੈਨੂੰ ਕੁਕਿੰਗ ਦਾ ਸ਼ੌਂਕ ਸੀ। ਈਵਨ ਮੰਮਾ ਨੇ ਆਫਿਸ ਜਾਣਾ, ਮੇਰੇ ਮੰਮਾ ਪੰਜਾਬੀ ਯੂਨੀਵਰਸਿਟੀ 'ਚ ਜੌਬ ਕਰਦੇ ਸੀ, ਮੰਮਾ ਨੇ ਆਫਿਸ ਜਾਣਾ, ਪਿੱਛੋਂ ਕੁਕਿੰਗ ਕਰਨੀ। ਉਸ ਟਾਈਮ ਦੀ ਗੱਲ ਦੱਸ ਰਹੀ ਹਾਂ ਜਦੋਂ ਮੈਨੂੰ ਇੰਨੀ ਵੀ ਨੌਲੇਜ ਨਹੀਂ ਸੀ ਕਿ ਅਗਰ ਮੈਂ ਤੇਲ ਯੂਜ਼ ਕੀਤਾ ਹੈ ਤੇ ਮੰਮੀ ਨੂੰ ਪਤਾ ਨਾ ਲੱਗੇ, ਇਸ ਕਰਕੇ ਮੈਂ ਤੇਲ ਦੀ ਬੋਤਲ 'ਚ ਪਾਣੀ ਪਾ ਦਿੰਦੀ ਸੀ। ਤੇ ਸ਼ਾਮ ਨੂੰ ਉਸ ਟਾਈਮ ਜਦੋਂ ਸਾਡਾ ਬਚਪਨ ਸੀ ਉਦੋਂ ਤੇ ਚਪੇੜਾਂ ਵੀ ਲੱਗਦੀਆਂ ਹੁੰਦੀਆਂ ਸੀ। ਮਤਲਬ ਸ਼ਾਮ ਨੂੰ ਝਿੜਕਾਂ ਪੈਣੀਆਂ, ਕਦੀ ਕੁਛ ਹੋਣਾ। ਤੇ ਐਦਾਂ ਹੀ ਖੇਡਦੇ ਖੇਡਦੇ, ਤੁਹਾਨੂੰ ਦੱਸਿਆ ਗੁੱਡੀਆਂ ਪਟੋਲੇ ਖੇਡਦੇ, ਬਹੁਤ ਛੋਟੀ ਏਜ ਦੇ ਵਿੱਚ ਫਾਦਰ ਸਾਹਿਬ ਚਲੇ ਗਏ ਤੇ 18 ਸਾਲ ਦੀ ਹੋਈ ਤਾਂ ਮੇਰਾ ਵਿਆਹ ਹੋ ਗਿਆ, ਫੈਮਿਲੀ ਸਰਕਮਸਟੈਂਸਿਸ ਕੁਝ ਕਰਕੇ, ਕੁਛ ਇਸ ਤਰ੍ਹਾਂ। ਬਟ ਰਣਦੀਪ ਜੀ, ਜਿਸ ਦਿਨ ਵਿਆਹ ਹੋਇਆ ਤਾਂ ਐਦਾਂ ਲੱਗਿਆ ਕਿ ਕਿਸੇ ਨੇ ਉੱਡਦੇ ਉੱਡਦੇ ਖੰਭ ਕੱਟਦੇ, ਕਿਉਂਕਿ ਮੈਨੂੰ ਬੜਾ ਸ਼ੌਂਕ ਸੀ ਕਿ ਮੇਰੇ ਨਾਮ ਨਾਲ ਡਾਕਟਰ ਲੱਗੇ, ਚਾਹੇ ਅੱਗੇ ਲੱਗੇ ਚਾਹੇ ਪਿੱਛੇ ਲੱਗੇ, ਪਰ ਡਾਕਟਰ ਮੇਰੇ ਨਾਮ ਨਾਲ ਲੱਗਣਾ ਚਾਹੀਦਾ। ਸਾਹਿਤ ਬਹੁਤ ਪੜ੍ਹਦੀ ਹੁੰਦੀ ਸੀ ਕਿਉਂਕਿ ਕੈਂਪਸ 'ਚ ਰਹਿਣ ਕਰਕੇ ਸਾਰੇ ਸਾਹਿਤਿਕ ਬੰਦੇ ਉੱਥੇ ਬਹੁਤ ਸੀਗੇ। ਮੈਡਮ ਟਿਵਾਣਾ ਨਾਲ ਮਤਲਬ ਉਹਨਾਂ ਦਾ ਸਾਰਾ ਸਾਹਿਤ ਪੜ੍ਹਨਾ, ਹੋਰ ਮੇਰੇ ਮਤਲਬ ਮਾਸੀ, ਸਭ ਨੂੰ ਮਾਸੀ ਮਾਮੀ, ਕਿਉਂਕਿ ਜਿਹੜਾ ਕੈਂਪਸ ਦਾ ਮਾਹੌਲ ਹੈ ਨਾ, ਉਹ ਇੱਕ ਮਾਡਰਨ ਪਿੰਡ ਵਰਗਾ ਹੁੰਦਾ ਹੈ। ਤੇ ਉਸ ਮਾਹੌਲ 'ਚ ਰਹਿ ਕੇ ਤੇ ਉਹ ਸਾਰਾ ਕੁਛ ਉਹ ਕਰਕੇ ਤੇ ਡ੍ਰੀਮ ਇਹ ਸੀ ਕਿ ਮੈਂ ਇੱਕ ਤਾਂ ਕੁਕਿੰਗ ਦਾ ਸ਼ੌਂਕ ਸੀ, ਸ਼ੈਫ ਬਣਨਾ, ਬਹੁਤ ਅੱਛਾ ਸ਼ੈਫ ਬਣਨਾ, ਤੇ ਦੂਜਾ ਮੇਰੇ ਨਾਮ ਨਾਲ ਡਾਕਟਰ ਬਣੇ ਲੱਗੇ। ਤੇ ਜਦੋਂ ਵਿਆਹ ਹੋਇਆ ਮੈਨੂੰ ਇੱਦਾਂ ਲੱਗਿਆ ਕਿ ਮੇਰੇ ਸਾਰੇ ਡ੍ਰੀਮ ਟੁੱਟ ਗਏ ਤੇ ਮੇਰੇ ਕਿਸੇ ਨੇ ਖੰਭ ਕੱਟਤੇ। ਤੇ ਇੱਕ ਵਾਰ ਤਾਂ ਮੈਂ ਬਹੁਤ ਉਦਾਸ ਔਰ ਮਤਲਬ ਜਿਵੇਂ ਇੱਦਾਂ ਲੱਗਦਾ ਸੀ ਕਿ ਜ਼ਿੰਦਗੀ ਰੁਕ ਗਈ। ਫਿਰ ਉਸ ਤੋਂ ਬਾਅਦ ਮੈਰਿਜ ਤੋਂ ਬਾਅਦ ਬਿਲਕੁਲ ਇੱਦਾਂ ਹੀ ਸੱਚੀ ਫੀਲਿੰਗ ਇਹ ਹੁੰਦੀ ਸੀ ਕਿ ਮੈਂ ਪਿੰਜਰੇ 'ਚ ਹਾਂ, ਕਿਸੇ ਤਰ੍ਹਾਂ ਮੇਰਾ ਇਹ ਪਿੰਜਰਾ ਟੁੱਟ ਜੇ, ਮੇਰੇ ਖੰਭ ਲੱਗ ਜਾਣ, ਮੈਂ ਫੇਰ ਉੱਡਾਂ, ਮੈਂ ਫੇਰ ਸਾਰਾ ਕੁਝ ਕਰਾਂ। ਤੇ ਮੈਂ ਵਿਆਹ ਤੋਂ ਬਾਅਦ ਆਪਣਾ ਸਟੱਡੀ +2 ਕਰਦੇ ਹੋਏ ਵਿਆਹ ਹੋਇਆ ਸੀ। ਉਸ ਤੋਂ ਬਾਅਦ ਮੈਂ ਡਿਪਲੋਮਾ ਇਨ ਲਾਇਬ੍ਰੇਰੀ ਸਾਇੰਸ ਕੀਤਾ। ਉਦੋਂ ਮੇਰੀ ਬੇਟੀ ਹੋ ਚੁੱਕੀ ਸੀ ਵੱਡੀ। ਜਦੋਂ ਉਹ ਬੇਟੀ ਹੋਈ ਉਸ ਦਿਨ ਮੈਨੂੰ ਇੱਕ ਆਸ ਦੀ ਕਿਰਨ ਲੱਗੀ ਸੀ ਕਿ ਹਾਂ, ਪਰਮਾਤਮਾ ਨੇ ਮੈਨੂੰ ਮੇਰਾ ਇੱਕ ਖੰਭ ਦੇਤਾ। ਪਰ ਉਸ ਤੋਂ ਬਾਅਦ ਵੀ ਮੇਰੀ ਤਸੱਲੀ ਨਹੀਂ ਹੋਈ ਸੀ। ਮਤਲਬ ਮੈਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੀ ਸੀ ਤੇ ਮੇਰੇ ਮਨ 'ਚੋਂ ਇਹੀ ਅਰਦਾਸ ਨਿਕਲਦੀ ਸੀ ਕਿ ਹੇ ਰੱਬਾ, ਇੱਕ ਖੰਭ ਦਿੱਤਾ, ਇੱਕ ਹੋਰ ਦੇ ਦੇ, ਮੈਂ ਉੱਡਣਾ। ਸੋ ਜਦੋਂ ਦੂਸਰੀ ਬੇਟੀ ਹੋਈ ਮੈਨੂੰ ਲੱਗਿਆ ਯੈਸ, ਹੁਣ ਮੈਂ ਆਪਣੇ ਸੁਪਨੇ ਪੂਰੇ ਕਰ ਸਕਦੀ ਹਾਂ। ਮੈਂ ਡਾਕਟਰ ਬਣਨਾ ਚਾਹੁੰਦੀ ਸੀ, ਸ਼ੈਫ ਬਣਨਾ ਚਾਹੁੰਦੀ ਸੀ, ਮੈਂ ਨਹੀਂ ਬਣ ਸਕੀ, ਬਟ ਮੈਂ ਇਹਨਾਂ ਆਪਣੀਆਂ ਬੇਟੀਆਂ ਨੂੰ, ਇੱਕ ਨੂੰ ਡਾਕਟਰ ਬਣਾਉਣਾ, ਇੱਕ ਨੂੰ ਸ਼ੈਫ ਬਣਾਉਣਾ ਜੀ। ਸੋ ਇੱਕ ਕੀ ਹੁੰਦਾ ਰਣਦੀਪ ਜੀ, ਜਦੋਂ ਅਸੀਂ ਛੋਟੇ ਹੁੰਦੇ ਹਾਂ ਨਾ, ਅਸੀਂ ਦੇਖਦੇ ਹਾਂ ਕਿ ਸਾਡੀ ਮਦਰ ਸਾਨੂੰ ਆਪਣੇ ਕੁਝ ਡ੍ਰੀਮਸ ਦੱਸਦੀ ਹੈ ਨਾ। ਅਕਸਰ ਮਾਵਾਂ ਧੀਆਂ ਜਦੋਂ ਅਸੀਂ ਬੈਠਦੇ ਹਾਂ, ਅਸੀਂ ਆਪਣੇ ਡ੍ਰੀਮਸ, ਉਹ ਡ੍ਰੀਮਸ ਕੀ ਹੁੰਦੇ, ਇੱਕ ਸੁਪਨਿਆਂ ਦੀ ਗਠੜੀ ਹੁੰਦੀ ਹੈ ਜਿਹੜੀ ਸਾਡੀ ਨਾਨੀ ਕੋਲ ਵੀ ਸੀ, ਕਿਉਂਕਿ ਹਰ ਕੁੜੀ ਦੇ ਕੁਛ ਨਾ ਕੁਛ ਡ੍ਰੀਮਸ ਹੁੰਦੇ ਹੈ ਨਾ। ਉਹ ਸੁਪਨਿਆਂ ਦੀ ਗਠੜੀ ਮੇਰੀ ਨਾਨੀ ਨੇ ਮੇਰੀ ਮਾਂ ਨੂੰ ਦਿੱਤੀ, ਉਹਨਾਂ ਨੇ ਮੇਰੀ ਮਾਂ ਦੇ ਪੂਰੇ ਨਹੀਂ ਕੀਤੇ, ਠੀਕ ਹੈ। ਚਲੋ ਉਦੋਂ ਬਹੁਤ ਸਾਰੇ ਬੱਚੇ ਹੁੰਦੇ ਸੀ, ਲੋਕਾਂ ਦੇ ਨਹੀਂ ਕਰ ਸਕਦੇ ਸੀ। ਉਹ ਸੁਪਨਿਆਂ ਦੀ ਗਠੜੀ ਮੇਰੇ ਮੰਮੀ ਕੋਲ ਜਦੋਂ ਆਈ ਤੇ ਉਹਨਾਂ ਨੇ ਵੀ, ਉਹ ਕੁਝ ਸਰਕਮਸਟੈਂਸਿਸ ਐਸੇ ਹੋਏ ਕਿ ਉਹ ਸੁਪਨਿਆਂ ਦੀ ਗਠੜੀ ਉਹਨਾਂ ਨੇ ਮੈਨੂੰ ਦੇਤੀ। ਬਟ ਜਿਹੜੇ ਉਹਦੇ ਅੰਦਰ ਸੁਪਨੇ ਸੀ, ਜਿਹੜੇ ਉਹਨਾਂ ਨੇ ਮੈਨੂੰ ਦੱਸੇ, ਕੁਛ ਉਹ ਸੁਪਨੇ ਮੇਰੀ ਮੰਮੀ ਦੇ ਸੀ ਜਿਹੜੇ ਮੇਰੇ ਆਪਣੇ ਬਣ ਗਏ, ਹੈ ਨਾ। ਤੇ ਉਹ ਸੁਪਨੇ ਮੈਨੂੰ ਬਹੁਤ ਅਟਰੈਕਟ ਕਰਦੇ ਸੀ ਕਿ ਮੈਂ ਉੱਡਾਂ ਤੇ ਮੈਂ ਉਹ ਪੂਰੇ ਕਰਾਂ। ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪਣੇ ਉਹ ਸੁਪਨਿਆਂ ਦੀ ਗਠੜੀ ਐਵੇਂ ਹੀ ਆਪਣੀਆਂ ਬੱਚੀਆਂ ਨੂੰ ਦੇਵਾਂ ਤੇ ਪੂਰੇ ਉਹਨਾਂ ਦੇ ਵੀ ਨਾ ਹੋਣ, ਉਹ ਵੀ ਅੱਗੇ ਵੰਡ ਦੇਣ। ਤੇ ਮੈਂ ਉਸ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੀ ਸੀ ਤੇ ਕੁਛ ਵੀ ਐਸਾ ਕਰਨਾ ਚਾਹੁੰਦੀ ਸੀ ਜਿਹਦੇ ਨਾਲ ਮੈਂ ਆਪਣੇ ਬੱਚਿਆਂ ਦੇ ਸੁਪਨੇ, ਆਪਣੇ ਸੁਪਨੇ ਪੂਰੇ ਕਰ ਸਕਾਂ। ਸੋ ਸਭ ਤੋਂ ਪਹਿਲਾਂ ਜਦੋਂ ਮੇਰੀ ਮੈਰਿਜ ਹੋਈ ਤਾਂ ਮੇਰੇ ਹਸਬੈਂਡ ਦੀ ਸੈਲਰੀ ਬਹੁਤ ਘੱਟ ਸੀ। ਫਿਰ ਵੀ ਮੈਨੂੰ ਇਹ ਸੀ ਕਿ ਮੇਰੇ ਬੱਚੇ ਬਹੁਤ ਅੱਛੇ ਸਕੂਲਾਂ 'ਚ ਪੜ੍ਹਨ, ਉਹਦੇ ਵਾਸਤੇ ਮੈਂ ਕੁਛ ਨਾ ਕੁਛ ਐਫਰਟਸ ਕਰਦੀ ਰਹੀ। ਮੈਂ ਪੀਜੀ ਰੱਖੇ, ਉਸ ਟਾਈਮ ਮੇਰੇ ਕੋਲ ਜਗ੍ਹਾ ਸੀ, ਮੈਂ ਪੀਜੀ ਰੱਖੇ, ਮੈਂ ਟਿਫਨਸ ਦਿੰਦੀ ਸੀ ਉਹਨਾਂ ਨੂੰ। ਇਸ ਤਰ੍ਹਾਂ ਕਰਦੇ ਕਰਦੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਥੋੜ੍ਹੇ ਹੋਰ ਪੈਸੇ ਚਾਹੀਦੇ। ਫਿਰ ਮੈਂ ਟੈਡੀ ਬੀਅਰ ਬਣਾਉਣੇ ਸ਼ੁਰੂ ਕੀਤੇ, ਸਿਖਾਉਣੇ ਸ਼ੁਰੂ ਕੀਤੇ। ਤੁਸੀਂ ਦੇਖੋ ਮੇਰੀਆਂ ਫਿੰਗਰਸ ਦੇ ਵਿੱਚ ਅਟਣ ਹੋਏ ਨੇ ਪਰਮਾਨੈਂਟ। ਇਹ ਟੈਡੀ ਬੀਅਰ ਹੱਥ ਨਾਲ ਬਣਾ ਕੇ ਮੈਂ ਬਹੁਤ ਸੇਲ ਕਰਦੀ ਸੀ। ਫਿਰ ਵੀ ਮੈਨੂੰ ਲੱਗਿਆ ਕਿ ਹੋਰ ਪੈਸੇ ਚਾਹੀਦੇ ਆ, ਕਿਉਂਕਿ ਬੱਚਿਆਂ ਦੇ ਖਰਚੇ ਸੀ, ਸਕੂਲ ਬਹੁਤ ਅੱਛਾ ਸੀਗਾ ਤੇ ਬੁੱਕਸ ਹੋਰ। ਉਸ ਤੋਂ ਇਲਾਵਾ ਮੈਂ ਉਹਨਾਂ ਨੂੰ ਮੈਗਜ਼ੀਨਸ ਜ਼ਰੂਰ ਦਿੱਤੇ ਹਰ ਟਾਈਮ ਜੀ,
ਚਾਹੇ ਮੇਰਾ ਕਿਚਨ ਦਾ ਕੋਈ ਖਰਚਾ ਰੁਕ ਜਾਏ, ਮੇਰੇ ਘਰ ਦੀ ਰੋਟੀ ਨਾ ਪੱਕੇ, ਪਰ ਕਿਤਾਬ ਜਦੋਂ ਚਾਹੀਦੀ ਆ ਤਾਂ ਉਦੋਂ ਕਿਤਾਬ ਹੀ ਆਏਗੀ, ਚਾਹੇ ਘਰ ਚਾਟਾ ਨਾ ਹੋਵੇ। ਮਤਲਬ ਮੇਰਾ ਇਹ ਸੀ। ਮੈਂ ਕਦੀ ਟੀਵੀ ਨਹੀਂ ਦੇਖਦੀ ਸੀ। ਮੈਂ ਆਪਣੇ ਬੱਚਿਆਂ ਨੂੰ ਵੀ ਇਹੀ ਆਦਤ ਪਾਈ ਕਿ ਤੁਸੀਂ ਜੇ ਮੈਂ ਕਿਤਾਬਾਂ ਪੜ੍ਹੂੰਗੀ ਤੇ ਉਹ ਪੜ੍ਹਨਗੇ, ਕਿਉਂਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਕੁਝ ਕਰਨ ਨੂੰ ਕਹਿੰਦੇ ਆ ਕਿ ਤੁਸੀਂ ਇਹ ਕਰੋ, ਉਹ ਨਹੀਂ ਕਰਦੇ। ਜੋ ਅਸੀਂ ਕਰਦੇ ਆ ਸਾਨੂੰ ਦੇਖ ਕੇ ਕਰਦੇ ਆ ਕਿ ਜੋ ਉਹ ਕਰ ਰਹੀ ਹੈ, ਜੇ ਮਦਰ ਟੀਵੀ ਦੇਖ ਰਹੀ ਹੈ ਤਾਂ ਬੱਚੇ ਵੀ ਸਾਰਾ ਦਿਨ ਬੈਠ ਕੇ ਟੀਵੀ ਦੇਖਣਗੇ। ਫਿਰ ਅਸੀਂ ਇੱਕ ਟਾਈਮ ਐਸਾ ਆ ਜਾਂਦਾ ਕਿ ਅਸੀਂ ਕਹਿੰਦੇ ਆ ਵੀ ਇਹ ਸਾਰਾ ਦਿਨ ਟੀਵੀ ਦੇਖਦੇ ਆ, ਪੜ੍ਹਦੇ ਨਹੀਂ ਹੈ, ਇਹਨਾਂ ਨੂੰ ਕੋਈ ਪਤਾ ਨਹੀਂ ਲੱਗਦਾ ਘਰ ਕੌਣ ਆਇਆ, ਹੈ ਨਾ। ਤੇ ਬਟ ਮੈਂ ਇਸ ਚੀਜ਼ ਬਾਰੇ ਆਪਣੇ ਬੱਚਿਆਂ ਨੂੰ ਉਸ ਜਗ੍ਹਾ ਤੇ ਨਹੀਂ ਲੈ ਕੇ ਜਾਣਾ ਚਾਹੁੰਦੀ ਸੀ। ਸੋ ਮੈਂ ਆਪ ਟੀਵੀ ਦੇਖਣਾ ਬੰਦ ਕੀਤਾ, ਆਪ ਕਿਤਾਬਾਂ ਪੜ੍ਹਨੀਆਂ, ਤੇ ਉਹ ਵੀ ਮੇਰੇ ਕੋਲ ਬੈਠ ਕੇ ਕਿਤਾਬਾਂ ਪੜ੍ਹਦੇ ਸੀ। ਕਿਉਂਕਿ ਬੱਚੇ ਉਹ ਕਰਦੇ ਆ ਜੋ ਤੁਹਾਨੂੰ ਕਰਦੇ ਹੋਏ ਦੇਖਦੇ ਆ, ਬਿਲਕੁਲ, ਨਾ ਕਿ ਉਹ ਕਰਨਗੇ ਜੋ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਨਾ। ਹਰਮਨ ਜੀ, ਇੱਕ ਗੱਲ ਹੈ, ਕਹਿੰਦੇ ਕਿ ਆਪਣੇ ਸੁਪਨੇ ਨਾ ਕਦੇ ਕਿਸੇ ਦੂਸਰੇ ਨੂੰ ਨਹੀਂ ਦੇਣੇ ਚਾਹੀਦੇ, ਕਿਉਂਕਿ ਸਾਹਮਣੇ ਵਾਲਾ ਬੰਦਾ ਉਹਨਾਂ ਨੂੰ ਅਪਣਾ ਨਹੀਂ ਪਾਉਂਦਾ ਤੇ ਤੁਹਾਡਾ ਸੁਪਨਾ ਤੁਹਾਡਾ ਵੀ ਨਹੀਂ ਰਹਿੰਦਾ। ਹਾਂਜੀ। ਤੁਹਾਨੂੰ ਤੁਹਾਡੀ ਮਾਂ ਨੇ ਕੁਝ ਸੁਪਨੇ ਦਿੱਤੇ, ਹਾਂਜੀ, ਉਹ ਸੁਪਨੇ ਤੁਹਾਡੇ ਤੱਕ ਆ ਗਏ, ਹਾਂਜੀ, ਤੁਸੀਂ ਅੱਗੇ ਆਪਣੀਆਂ ਬੱਚੀਆਂ 'ਚ ਉਹਨਾਂ ਸੁਪਨਿਆਂ ਨੂੰ ਪੂਰਾ ਕਰਨ ਦਾ ਸੋਚਿਆ, ਜੀ। ਤੇ ਫਿਰ ਹਰਮਨ ਦੀ ਪਹਿਚਾਣ ਕਿੱਥੇ ਗਈ? ਉਹਦੇ ਲਈ ਤੁਸੀਂ ਕੀ ਕੀਤਾ? ਹਾਂਜੀ, ਜਦੋਂ ਬੇਟੀਆਂ, ਕਿਉਂਕਿ ਮੇਰਾ ਇਹ ਡ੍ਰੀਮ ਸੀ ਕਿ ਮੈਂ ਡਾਕਟਰ, ਇੱਕ ਬੇਟੀ ਡਾਕਟਰ ਬਣੇ, ਮੇਰੀ ਉਹੀ ਸੁਪਨਾ ਮੈਂ ਲਿਆ, ਤੇ ਮੈਂ ਉਹ ਜਿਹੜੀ ਬੇਟੀ ਨੂੰ ਡਾਕਟਰ ਬਣਾਉਣਾ ਸੀ ਉਹਨੂੰ ਮੈਂ ਬਚਪਨ ਤੋਂ ਡਾਕਟਰ ਸਾਹਿਬ ਕਹਿੰਦੀ ਸੀ ਜੀ। ਮੈਂ ਉਹਨੂੰ ਡਾਕਟਰ ਸਾਹਿਬ ਕਹਿਣਾ ਸ਼ੁਰੂ ਕੀਤਾ, ਤੇ ਉਹਦਾ ਮਾਈਂਡ ਜਦੋਂ ਬਚਪਨਾ ਸੀ ਉਦੋਂ ਤੋਂ ਹੀ ਉਹਦੇ ਮਾਈਂਡ ਸੀ ਕਿ ਮੈਂ ਡਾਕਟਰ ਬਣਨਾ। ਦੂਸਰੀ ਸ਼ੈਫ, ਔਰ ਉਹ ਹੋਇਆ ਕਿ ਜਦੋਂ ਮੇਰੇ ਤੋਂ ਟॉयਜ਼ ਵੀ ਮੈਂ ਉਹਨਾਂ ਨੂੰ ਦਵਾਉਣ ਜਾਂਦੀ ਸੀ, ਵੱਡੀ ਬੇਟੀ ਮੇਰੇ ਤੋਂ ਡਾਕਟਰ ਸੈੱਟ ਮੰਗਦੀ ਹੁੰਦੀ ਸੀ, ਛੋਟੀ ਬੇਟੀ ਮੇਰੀ ਹਮੇਸ਼ਾ ਕਿਚਨ ਸੈੱਟ ਲੈਂਦੀ ਸੀ। ਉਹ ਛੋਟੀ ਬੇਟੀ ਬਾਈ ਚਾਂਸ ਇਹ ਸੀ ਕਿ ਪਤਾ ਨਹੀਂ ਤਾਂ ਮੇਰੇ ਅੰਦਰ ਇਹ ਸੀ ਕਿ ਮੈਂ, ਕਹਿੰਦੇ ਨਾ ਜਨਮ ਤੋਂ ਪਹਿਲਾਂ ਵੀ ਜੋ ਮਾਂ ਸੋਚਦੀ ਹੈ ਉਹਦਾ ਵੀ ਪ੍ਰਭਾਵ ਬੱਚੇ ਦੇ ਉੱਤੇ ਪੈਂਦਾ ਹੈ ਨਾ। ਤੇ ਉਹ ਬੱਚੀ ਮੇਰੀ ਕੜਛੀਆਂ ਚਮਚਿਆਂ ਨਾਲ ਖੇਡਦੀ ਸੀ, ਭਾਂਡਿਆਂ ਨਾਲ ਖੇਡਦੀ ਸੀ। ਸੋ ਉਸ ਤੋਂ ਬਾਅਦ ਫਿਰ ਮੈਨੂੰ ਇਹ ਲੱਗਿਆ ਕਿ ਮੈਂ ਮਾਸਟਰ ਸ਼ੈਫ ਦੇਖਿਆ। ਫਸਟ ਟਾਈਮ ਜਦੋਂ ਮੈਂ ਮਾਸਟਰ ਸ਼ੈਫ ਦੇਖਿਆ, ਮੈਨੂੰ ਲੱਗਿਆ ਕਿ ਮੈਂ ਮਾਸਟਰ ਸ਼ੈਫ 'ਚ ਜਾਣਾ, ਬਟ ਬੱਚਿਆਂ ਦੀਆਂ ਪੜ੍ਹਾਈਆਂ, ਰੁਝੇਵੇਂ, ਪੈਸੇ ਦੀ ਕਮੀ ਹੋਣ ਕਰਕੇ ਮਤਲਬ ਮੈਂ ਉਹ ਸਾਰਾ ਕੁਝ ਨਹੀਂ ਕਰ ਪਾਈ। ਤੇ ਬੱਚੇ ਪੜ੍ਹਦੇ ਗਏ, ਮੈਂ ਮਤਲਬ ਜਿੰਨਾ ਕੁ ਅਸੀਂ ਕਰ ਸਕਦੇ ਸੀ ਕਰਦੇ ਗਏ। ਇਸ ਦਰਮਿਆਨ ਮੈਨੂੰ 2011 ਦੇ ਵਿੱਚ ਬ੍ਰੇਨ ਹੈਮਰੇਜ ਹੋ ਗਿਆ ਜੀ, ਜਿਹਦੇ ਨਾਲ ਕਿ ਮੈਂ 6 ਮਹੀਨੇ ਬੈੱਡ 'ਤੇ ਰਹੀ। ਮੈਂ ਕਿਸੇ ਨੂੰ ਵੀ ਪਹਿਚਾਣ ਨਹੀਂ ਪਾਉਂਦੀ ਸੀ, ਨਾ ਮੈਨੂੰ ਪਤਾ ਸੀ ਮੇਰੇ ਹਸਬੈਂਡ ਕੌਣ ਹੈ, ਮੇਰੇ ਬੱਚੇ ਕੌਣ ਹੈ, ਮੈਂ ਸਭ ਕੁਝ ਭੁੱਲ ਚੁੱਕੀ ਸੀ। ਤੇ ਐਦਾਂ ਲੱਗਦਾ ਸੀ ਕਿ ਜ਼ਿੰਦਗੀ ਹੁਣ ਰੁਕ ਗਈ, ਹੁਣ ਦੁਬਾਰਾ ਤੋਂ ਨਹੀਂ ਆ ਸਕਦੀ, ਕਿਉਂਕਿ ਡਾਕਟਰਸ ਇਹ ਕਹਿੰਦੇ ਸੀ ਵੀ ਇਹ ਠੀਕ ਨਹੀਂ ਹੋ ਸਕਦੀ। ਜੇ ਠੀਕ ਹੋ ਵੀ ਗਈ ਤੇ ਕਦੀ ਆਪਣਾ ਨਾਮ ਬੋਲ ਕੇ ਨਹੀਂ ਦੱਸ ਸਕਦੀ ਵੀ ਮੈਂ ਕੌਣ ਹਾਂ, ਇਹ ਇਸ ਤਰ੍ਹਾਂ ਹੀ ਰਹੇਗੀ ਸਾਰੀ ਜ਼ਿੰਦਗੀ। ਤੇ ਮੈਂ ਉਸ ਟਾਈਮ, ਮੈਨੂੰ ਕੁਝ ਅੰਦਰੋਂ ਪਤਾ ਨਹੀਂ ਮੈਂ ਬੋਲ ਪਾਉਂਦੀ ਸੀ ਜਾਂ ਨਹੀਂ, ਪਰ ਮੈਨੂੰ ਇੰਨੀ ਕੁ ਸਮਝ ਆਉਂਦੀ ਸੀ ਕਿ ਜੇ ਮੈਂ ਸਾਰੀ ਜ਼ਿੰਦਗੀ ਇੱਦਾਂ ਬੈੱਡ 'ਤੇ ਰਹੀ, ਮੇਰੇ ਤਾਂ ਸੁਪਨੇ ਟੁੱਟ ਜਾਣੇ, ਪਰ ਮੈਂ ਬੋਲ ਕੇ ਐਕਸਪ੍ਰੈਸ ਨਹੀਂ ਕਰ ਸਕਦੀ ਸੀ। ਤਾਂ ਮੇਰੀ ਜ਼ਿੰਦਗੀ 'ਚ ਇੱਕ ਐਸਾ ਇਨਸਾਨ, ਜਿਹਨੂੰ ਕਹਿੰਦੇ ਵੀ ਇੱਕ ਦੇਵਤਾ ਕਹਿ ਲਓ ਜਾਂ ਤੁਸੀਂ ਇੱਕ ਕ੍ਰਿਸ਼ਮਾ ਹੀ ਕਹਿ ਲਓ, ਹੈ ਨਾ, ਮੇਰੀ ਲਾਈਫ 'ਚ ਮੇਰੇ ਇੱਕ ਬ੍ਰਦਰ ਦੇ ਰੂਪ 'ਚ ਇੱਕ ਇਨਸਾਨ ਆਇਆ। ਉਹਨਾਂ ਨਾਲ ਮੈਂ ਅਕਸਰ ਆਪਣੇ ਸੁਪਨੇ ਸ਼ੇਅਰ ਕਰਦੀ ਹੁੰਦੀ ਸੀ ਜੀ, ਹੈ ਨਾ, ਜਿਨ੍ਹਾਂ ਦੇ ਆਪਾਂ ਦਿਲ ਦੇ ਬਹੁਤ ਕਰੀਬ ਹੁੰਦੇ ਹਾਂ, ਅਸੀਂ ਉਹਨਾਂ ਨਾਲ ਕਰਦੇ ਹਾਂ। ਤੇ ਉਹਨਾਂ ਨੂੰ ਜਦੋਂ ਪਤਾ ਸੀ ਮੇਰੀ ਹਾਲਤ ਬਾਰੇ, ਤੇ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਡਾਕਟਰ ਜਵਾਬ ਦੇ ਚੁੱਕੇ ਆ, ਤੇ ਪਰ ਇਹ ਸੀਗਾ ਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇੱਕ ਆਸ ਦੀ ਕਿਰਨ ਦਿਖਦੀ ਸੀ ਕਿ ਮੈਂ ਇਹਦੇ ਸੁਪਨੇ ਨੂੰ ਇੱਕ ਵਾਰੀ ਯਾਦ ਕਰਾਵਾਂ ਤੇ ਸ਼ਾਇਦ ਇਹਦੇ ਅੰਦਰ ਇੱਕ ਜੀਣ ਦੀ ਆਸ ਦੁਬਾਰਾ ਬਣ ਜੇ। ਸੋ ਉਹ ਮੇਰੇ ਕੋਲ ਆਏ, ਉਹਨਾਂ ਨੇ ਮੇਰੇ ਕੋਲ ਬੈਠ ਕੇ, ਮੇਰੀ ਸਾਰੀ ਫੈਮਿਲੀ ਬੈਠੀ ਸੀ, ਮੈਂ ਉਸ ਟਾਈਮ ਬੈਠ ਨਹੀਂ ਸਕਦੀ ਸੀ, ਤੇ ਮੇਰੇ ਕੰਨਾਂ ਦੇ ਵਿੱਚ ਮੇਰੇ ਉਹ ਸੁਪਨੇ 1.5 ਘੰਟਾ ਸੁਣਾਏ। ਤੇ ਜਦੋਂ ਉਹਨਾਂ ਨੇ ਮੇਰੇ ਅੰਦਰ ਉਹ ਸੁਪਨੇ ਸੁਣਾਏ, 6 ਮਹੀਨੇ ਤੋਂ ਮੈਂ ਬੈੱਡ 'ਤੇ ਸੀ, ਤੇ ਉਸ ਟਾਈਮ ਉਹ ਸੁਪਨੇ ਸੁਣਦੇ ਸੁਣਦੇ ਮੈਂ ਬੋਲ ਕੁਛ ਨਹੀਂ ਪਾ ਰਹੀ ਸੀ, ਪਰ ਮੇਰੀਆਂ ਅੱਖਾਂ 'ਚੋਂ ਹੰਝੂ ਬਾਹਰ ਆ ਰਹੇ ਸੀ। ਤੇ ਉਸ ਸੁਪਨਿਆਂ ਨੇ, ਉਹਨਾਂ ਸੁਪਨਿਆਂ ਨੇ ਮੈਨੂੰ ਦੁਬਾਰਾ ਤੋਂ ਵਿਦਿਨ 1 ਮੰਥ ਮੈਂ ਦੁਬਾਰਾ ਤੋਂ ਸਾਰਾ ਕੁਝ ਕਰਨ ਲੱਗ ਪਈ। ਮਤਲਬ ਉਹਨਾਂ ਸੁਪਨਿਆਂ ਨੇ ਤੁਹਾਨੂੰ ਦੁਬਾਰਾ ਜ਼ਿੰਦਗੀ ਦਿੱਤੀ ਹੈ ਨਾ, ਤੁਹਾਨੂੰ ਉੱਥੇ ਰੁਕਣ ਨਹੀਂ ਦਿੱਤਾ। ਤੇ ਕਿਸ ਤਰ੍ਹਾਂ ਦਾ ਸਫ਼ਰ ਰਿਹਾ? ਕਿਵੇਂ ਇੱਕ ਅਜਿਹੇ ਪਰਿਵਾਰ ਦੀ ਧੀ, ਇੱਕ ਅਜਿਹੇ ਮਾਂ, 2 ਧੀਆਂ ਦੀ ਮਾਂ ਹਰਮਨ, ਹੈ ਨਾ, ਜਿਹੜੇ ਇੰਨੀ ਵੱਡੀ ਬਿਮਾਰੀ ਤੋਂ ਉੱਠੀ ਹੈ ਕਿ ਜਿਹਦੇ ਬਚਣ ਦੀ ਕੋਈ ਉਮੀਦ ਨਹੀਂ ਸੀ, ਘਰ ਵਿਕ ਚੁੱਕਿਆ, ਤੁਹਾਡੇ ਪਤੀ ਦੀ ਜੌਬ ਇਸ ਸਭ ਦੇ ਦੌਰਾਨ ਚਲੀ ਗਈ, ਤੁਸੀਂ ਬਿਲਕੁਲ ਇੱਕ ਤਰ੍ਹਾਂ ਨਾਲ ਰੋਡ 'ਤੇ ਸੀ। ਕਿਸ ਤਰ੍ਹਾਂ ਦੁਬਾਰੇ ਉਸ ਸੁਪਨੇ ਨੂੰ ਜਿਉਂਦਾ ਕੀਤਾ? ਜਦੋਂ ਮੈਨੂੰ ਹੋਸ਼ ਆਈ ਤੇ ਮੈਨੂੰ ਇਹ ਲੱਗਿਆ ਕਿ ਮੈਂ ਸੁਪਨੇ ਤਾਂ ਬਹੁਤ ਵੱਡੇ ਦੇਖੇ ਹੋਏ ਨੇ, ਪਰ ਇਹ ਪੂਰੇ ਕਿਵੇਂ ਹੋਣੇ ਆ। ਮੇਰੀ ਬੈਕ ਸਾਈਡ 'ਤੇ ਇੱਕ ਘਰ ਦੇ ਵਿੱਚ 4-5 ਲੜਕੇ ਰਹਿੰਦੇ ਸੀ ਰੈਂਟ 'ਤੇ, ਕਿਉਂਕਿ ਪੰਜਾਬੀ ਯੂਨੀਵਰਸਿਟੀ ਦੇ ਕੋਲ ਸੀ, ਅਸੀਂ ਉਦੋਂ ਅਰਬਨ ਸਟੇਟ ਰਹਿੰਦੇ ਸੀ। ਤੇ ਮੈਂ ਉਹਨਾਂ ਨੂੰ ਇੱਕ ਦਿਨ ਕਿਹਾ, ਮੈਂ ਕਿਹਾ ਬੇਟਾ ਤੁਸੀਂ ਰੋਟੀ ਕਿੱਥੋਂ ਖਾਂਦੇ ਹੋ? ਕਹਿੰਦੇ ਮੈਮ ਅਸੀਂ ਬਹੁਤ ਪਰੇਸ਼ਾਨ ਆ ਰੋਟੀ ਤੋਂ। ਮੈਂ ਕਿਹਾ ਜੇ ਮੈਂ ਤੁਹਾਨੂੰ ਟਿਫਨਸ ਦੇ ਦਿਆ ਕਰਾਂ
ਕਹਿੰਦਾ ਬਹੁਤ ਅੱਛਾ ਹੋਵੇ। ਉਹ 5 ਲੜਕੇ ਸੀ, ਮੈਂ 5 ਟਿਫਨਸ ਤੋਂ ਸ਼ੁਰੂ ਕੀਤਾ। ਵਿਦਿਨ 2 ਮੰਥਸ ਮੈਂ ਮੇਰੇ ਉਹ ਜਿਹੜੇ 5 ਟਿਫਨ ਸੀ ਉਹ 150 ਟਿਫਨ ਹੋਣ ਲੱਗ ਗਏ। 150 ਟਿਫਨ ਇੱਕ ਟਾਈਮ ਮੇਰੇ ਜਾਂਦੇ ਸੀ ਔਰ ਮੈਂ ਸਾਰਾ ਕੁਝ ਖੁਦ ਕਰਦੀ ਸੀ, ਸਾਰਾ ਕੁਝ। ਉਹ ਮੇਰੀਆਂ ਛੋਟੀਆਂ ਬੱਚੀਆਂ ਨੇ ਉਸ ਟਾਈਮ ਮੇਰੇ ਨਾਲ ਬਹੁਤ ਮਿਹਨਤ ਕਰਵਾਈ। ਈਵਨ ਕਈ ਥਾਵਾਂ ਤੋਂ ਇਸ ਤਰ੍ਹਾਂ ਜਿਵੇਂ ਗਰਮੀਆਂ ਹੁੰਦੀਆਂ ਆਪਾਂ ਸੋਚਦੇ ਹਾਂ ਵੀ ਚਲੋ ਸਬਜ਼ੀ ਤਾਂ ਬਣਾ ਲਈ, ਆਪਾਂ ਫੁਲਕੇ ਬਾਹਰੋਂ ਮੰਗਾ ਲਈਏ। ਮਤਲਬ 1.5 ਹਜ਼ਾਰ ਚਪਾਤੀਜ਼ ਅਸੀਂ ਬਣਾਈਆਂ। ਈਵਨ ਰੇਡੀਓ ਸਟੇਸ਼ਨ ਦਾ ਫੂਡ ਮੇਰੇ ਕੋਲੋਂ ਜਾਂਦਾ ਸੀ 150 ਕਿਤੇ ਸ਼ੂਟਿੰਗ ਹੁੰਦੀ ਸੀ, ਬ੍ਰੇਕਫਾਸਟ ਵੀ ਜਾਣਾ, ਲੰਚ ਵੀ ਜਾਣਾ, ਡਿਨਰ ਵੀ ਜਾਣਾ। ਮਤਲਬ ਮੈਂ ਲਿਟਰਲੀ ਨਾ ਆਪੇ ਬਣਾਉਂਦੀ ਸੀ। ਫਿਰ ਟਿਫਨਸ ਸਕੂਟਰ ਦੇ ਉੱਤੇ ਟੰਗ ਕੇ, ਮਤਲਬ 50 ਟਿਫਨਸ ਮੈਂ ਸਕੂਟਰ 'ਤੇ ਟੰਗ ਕੇ ਫਿਰ ਮੈਂ ਡਿਲੀਵਰੀ ਦੇ ਕੇ ਆਉਂਦੀ ਸੀ। ਫਿਰ ਮੈਂ ਵਾਪਸ ਆ ਕੇ ਉਹਨਾਂ ਨੂੰ ਟਿਫਨਸ ਨੂੰ ਸਾਫ਼ ਕਰਦੀ ਸੀ। ਮੇਰੀਆਂ ਬੱਚੀਆਂ ਨੇ ਮਤਲਬ ਉਹ ਟਿਫਨਸ, ਕਈ ਟਿਫਨਸ ਐਸੇ ਹੁੰਦੇ ਸੀ ਜਿਹੜੇ 3-3 ਦਿਨ ਬਾਅਦ ਆਉਂਦੇ ਸੀ। ਜਿਵੇਂ ਫਰਾਈਡੇ ਨੂੰ ਟਿਫਨ ਗਿਆ, ਸੈਟਰਡੇ ਸੰਡੇ ਆਫਿਸ ਆਫ ਹੋ ਗਿਆ, ਮੰਡੇ ਨੂੰ ਜਦੋਂ ਆਉਂਦੇ ਸੀ ਉਹਨਾਂ 'ਚ ਕੀੜੇ ਚੱਲ ਰਹੇ ਹੁੰਦੇ ਸੀ, ਉਹਨਾਂ 'ਚੋਂ ਸਮੈਲ ਆ ਰਹੀ ਹੁੰਦੀ ਸੀ। ਉਹਨਾਂ ਨੂੰ ਅਸੀਂ ਵਾਸ਼ ਕਰਨਾ, ਫਿਰ ਧੁੱਪੇ ਸੁਕਾਉਣਾ, ਅਤੇ ਉਹ ਕੀੜਿਆਂ 'ਚ ਉਹ ਮਤਲਬ ਉਹ ਸਭ ਕੁਛ ਮੇਰੇ ਬੱਚਿਆਂ ਨੇ ਮੇਰੇ ਨਾਲ ਕੀਤਾ। ਇੰਨਾ ਸਟਰਗਲ ਜਿਹੜਾ ਤੁਸੀਂ ਕੀਤਾ, ਕੁਝ ਵੀ ਕਹਿ ਦੇਣਾ ਸੌਖਾ ਹੁੰਦਾ, ਜਦੋਂ ਅਸੀਂ ਇਸ ਨੂੰ ਹਕੀਕੀ ਤੌਰ 'ਤੇ ਅਮਲੀ ਜਾਮਾ ਪਹਿਨਾਉਂਦੇ ਹਾਂ, ਹੈ ਨਾ, ਉਹ ਬਹੁਤ ਸੰਘਰਸ਼ਪੂਰਨ ਹੁੰਦਾ। ਮਾਸਟਰ ਸ਼ੈਫ 'ਚ ਤੁਹਾਡੀ ਐਂਟਰੀ ਕਿਵੇਂ ਹੁੰਦੀ ਹੈ? ਮਾਸਟਰ ਸ਼ੈਫ 'ਚ ਉਸ ਤੋਂ ਬਾਅਦ ਜਦੋਂ ਟਿਫਨਸ ਕਰਦੀ ਸੀ ਅਤੇ ਫਿਰ ਕੀ ਹੋਇਆ ਕਿ ਮੈਨੂੰ ਅਰਬਨ ਸਟੇਟ ਛੱਡਣਾ ਪੈ ਗਿਆ ਕਿਸੇ ਰੀਜ਼ਨ ਕਰਕੇ। ਇੱਕਦਮ ਮੇਰੀ ਮਾਰਕੀਟ ਮੈਂ ਫੇਸ 0 'ਤੇ ਆ ਗਈ। ਉੱਥੇ ਮੇਰਾ ਕੰਮ ਚੱਲਿਆ ਹੋਇਆ ਸੀ, ਮੈਨੂੰ ਦੁਬਾਰਾ ਤੋਂ ਇੱਥੇ ਆਈ ਅਤੇ ਫਿਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਕੀ ਕਰਾਂ, ਕਿ ਬੱਚਿਆਂ ਦੇ ਖਰਚੇ ਅਤੇ ਸਭ ਕੁਛ। ਅਤੇ ਫਿਰ ਮੈਂ ਆਪਣੀ ਇੱਕ ਫੂਡ ਵੈਨ ਤਿਆਰ ਕਰਵਾਈ। ਫੂਡ ਵੈਨ ਦੇ ਉੱਤੇ ਮੈਂ ਛੋਲੇ ਭਟੂਰੇ ਬਣਾਉਂਦੀ ਸੀ, ਬਹੁਤ ਅੱਛਾ ਚੱਲਦਾ ਸੀ ਮੇਰਾ, ਬਹੁਤ ਵਧੀਆ ਚੱਲਦਾ ਸੀ। ਬਟ ਭਟੂਰੇ ਬਣਾਉਣ ਵਾਸਤੇ ਮੈਨੂੰ ਇੱਕ ਕਾਰੀਗਰ ਦੀ ਲੋੜ ਪੈਂਦੀ ਸੀ ਜਿਹੜਾ ਉੱਥੇ ਰੋਡ ਦੇ ਉੱਤੇ ਖੜੇ ਹੋ ਕੇ ਭਟੂਰੇ ਲਗਾਉਂਦਾ ਸੀ। ਮੈਂ ਸਵੇਰੇ ਸਾਰੀ ਤਿਆਰੀ ਕਰ ਲੈਣੀ, ਬਟ ਉਹ ਕਾਰੀਗਰ ਨੇ ਆਉਣਾ ਨਾ, ਮੇਰਾ ਸਾਰਾ ਨੁਕਸਾਨ ਹੋਣਾ। ਫਿਰ ਮੈਨੂੰ ਲੱਗਿਆ ਅੱਛਾ ਬਾਰਿਸ਼ ਵਾਲੇ ਦਿਨ ਮੇਰਾ ਕੰਮ ਰੁਕ ਜਾਂਦਾ ਸੀ। ਫਿਰ ਮੇਰੀ ਉੱਥੇ ਜਿੱਥੇ ਜਿਹੜੇ ਮੇਰੇ ਡਾਕਟਰ ਸੀ, ਜਦੋਂ ਮੈਨੂੰ ਬ੍ਰੇਨ ਹੈਮਰੇਜ ਹੋਇਆ, ਉਹ ਡਾਕਟਰ ਦੇ ਬਿਲਕੁਲ ਸਾਹਮਣੇ ਮੇਰੀ ਵੈਨ ਸੀ। ਅਤੇ ਉਹਨਾਂ ਨੇ ਕਈ ਵਾਰੀ ਮੇਰੇ ਕੋਲ ਭਟੂਰੇ ਲੈਣ ਆਉਣਾ, ਔਰ ਉਹਨਾਂ ਨੇ ਮੈਨੂੰ ਕਿਹਾ ਹੋਇਆ ਸੀ ਵੀ ਤੂੰ ਗਰਮੀ ਨਹੀਂ ਬਰਦਾਸ਼ਤ ਕਰ ਸਕਦੀ। ਅਤੇ ਉਹਨਾਂ ਨੇ ਮੈਨੂੰ ਆ ਕੇ ਕਹਿਣਾ ਹਰਮਨ ਤੂੰ ਬਚਦੀ ਨਹੀਂ। ਅਤੇ ਮੈਂ ਉਹਨਾਂ ਨੂੰ ਅੱਗੋਂ ਹੱਸ ਕੇ ਕਹਿਣਾ ਡਾਕਟਰ ਸਾਹਿਬ ਮੈਂ ਮਰਦੀ ਨਹੀਂ। ਕਹਿੰਦੇ ਕਿਉਂ? ਮੈਂ ਕਿਹਾ ਜੇ ਸਰਦਾ ਨਹੀਂ ਤਾਂ ਮਰਦਾ ਨਹੀਂ, ਅਤੇ ਮੇਰਾ ਹਾਲੇ ਸਰਦਾ ਨਹੀਂ, ਇਸ ਕਰਕੇ ਹਾਲੇ ਮੈਂ ਮਰਨਾ ਨਹੀਂ। ਜ਼ਿੰਮੇਵਾਰੀਆਂ ਮੈਨੂੰ ਉਸ ਟਾਈਮ ਮੇਰੇ ਸਾਰੇ ਰਿਸ਼ਤੇਦਾਰ ਛੱਡ ਗਏ। ਰਣਦੀਪ ਜੀ ਸਾਰੇ ਰਿਸ਼ਤੇਦਾਰ ਛੱਡ ਗਏ। ਸਾਰੇ ਮੈਨੂੰ ਇੱਥੋਂ ਤੱਕ, ਮੈਨੂੰ ਮੇਰੇ ਰਿਸ਼ਤੇਦਾਰਾਂ ਨੇ ਜਿਹੜੇ ਬਹੁਤ ਕਲੋਜ਼ ਸੀ, ਮੈਨੂੰ ਇੱਥੋਂ ਤੱਕ ਕਿਹਾ ਕਿ ਤੂੰ ਇਹ ਨਾ ਦੱਸਿਆ ਕਰ ਕਿਸੇ ਨੂੰ ਕਿ ਅਸੀਂ ਤੇਰੇ ਰਿਸ਼ਤੇਦਾਰ ਹਾਂ, ਸਾਡੀ ਬੇਇੱਜ਼ਤੀ ਹੁੰਦੀ ਹੈ, ਤੂੰ ਇੱਥੇ ਸੜਕਾਂ 'ਤੇ ਰੇਹੜੀ ਲਾਉਂਦੀ ਆ। ਮੈਨੂੰ ਕੁਛ ਨਹੀਂ ਹੁੰਦਾ ਸੀ, ਮੈਨੂੰ ਸ਼ਰਮ ਨਹੀਂ ਆਉਂਦੀ ਸੀ, ਮੈਨੂੰ ਧੁੱਪ ਨਹੀਂ ਲੱਗਦੀ ਸੀ, ਮੈਨੂੰ ਪਿਆਸ ਨਹੀਂ ਲੱਗਦੀ ਸੀ, ਮੈਨੂੰ ਠੰਡ ਨਹੀਂ ਲੱਗਦੀ ਸੀ, ਮੈਨੂੰ ਕੁਛ ਨਹੀਂ ਲੱਗਦਾ ਸੀ, ਮੈਨੂੰ ਬੇਇੱਜ਼ਤੀ ਨਹੀਂ ਲੱਗਦੀ ਸੀ, ਮੈਨੂੰ ਸ਼ਰਮ ਨਹੀਂ ਲੱਗਦੀ ਸੀ। ਮੈਨੂੰ ਸਿਰਫ ਆਪਣੇ ਬੱਚੇ ਅਤੇ ਉਹਨਾਂ ਦੇ ਡਰੀਮ ਦਿਖਦੇ ਸੀ। ਉਹੀ ਡਰੀਮਸ ਨੇ ਮੇਰੇ ਤੋਂ ਸਾਰੀ ਮਿਹਨਤ ਕਰਵਾਈ। ਉਹ ਸਾਰਾ ਕੁਛ ਉਹ ਕਰਵਾਉਂਦੇ ਗਏ ਅਤੇ ਆਪਣੇ ਆਪ ਹੁੰਦਾ ਗਿਆ। ਕਿਉਂਕਿ ਮੇਰੀ ਜ਼ਿੰਦਗੀ ਦੇ 3 ਅਸੂਲ ਹੈ, ਨਾ ਅੱਕਣਾ, ਨਾ ਥੱਕਣਾ, ਨਾ ਝਕਣਾ, ਸਿਰਫ ਆਪਣੇ ਸੁਪਨਿਆਂ ਵੱਲ ਤੱਕਣਾ। ਪਰਿਵਾਰ ਦੇ ਵਿੱਚ ਤੁਸੀਂ ਇੱਕ ਛੋਟੀ ਨੂੰਹ ਦੇ ਰੂਪ ਦੇ ਵਿੱਚ ਆਏ, ਹੈ ਨਾ, ਅਤੇ ਉਹ ਵੀ ਇੱਕ ਜਿਹੜੀ ਡਰੀਮਰ ਹੈ, ਜਿਹੜੀ ਰੁਕਣਾ ਨਹੀਂ ਜਾਣਦੀ। ਅੱਗੇ 2 ਧੀਆਂ ਨੂੰ ਜਨਮ ਦਿੱਤਾ ਅਤੇ ਸੁਪਨੇ ਇਸ ਤਰ੍ਹਾਂ ਦੇ ਕਿ ਤੁਸੀਂ ਬਗਾਵਤ ਕਰਨ ਨੂੰ ਤਿਆਰ ਹੋ। ਕਿਸ ਤਰ੍ਹਾਂ ਦਾ ਪਰਿਵਾਰਕ ਮਾਹੌਲ ਰਿਹਾ? ਮਾਹੌਲ ਦਾ ਇੱਦਾਂ ਸੀ ਕਿ ਜਦੋਂ ਮੇਰੀ ਮੈਰਿਜ ਹੋਈ ਅਤੇ ਮੈਨੂੰ ਇੰਨੀ ਵੀ ਪਰਮਿਸ਼ਨ ਨਹੀਂ ਸੀ ਛੋਟੀ ਨੂੰਹ ਹੋਣ ਦੇ ਉਸ ਤੋਂ, ਕਿ ਮੈਂ ਗੇਟ 'ਤੇ ਜਾ ਕੇ ਅਗਰ ਸਬਜ਼ੀ ਵਾਲਾ ਆਇਆ ਅਤੇ ਮੈਂ ਉਸ ਤੋਂ ਸਬਜ਼ੀ ਲੈ ਲਾਂ। ਇੰਨੀ ਵੀ ਪਰਮਿਸ਼ਨ ਨਹੀਂ ਸੀ ਕਿ ਨੂੰਹ ਦਾ ਕੀ ਕੰਮ ਹੈ ਗੇਟ 'ਤੇ ਜਾਣ ਦਾ। ਫਿਰ ਮੇਰੇ ਮਦਰ ਇਨ ਲਾ ਨੂੰ ਸ਼ੁਰੂ ਤੋਂ ਇਹ ਰਿਹਾ ਕਿ 2 ਧੀਆਂ ਨੇ, ਮਤਲਬ ਉਹ ਕਈ ਵਾਰੀ ਬੜੇ ਰੂਡ ਵਰਡ ਵੀ ਬੋਲ ਦਿੰਦੇ ਸੀ, ਭੂਤ ਜੰਮ ਤੇ, ਇਹ ਹੋ ਗਿਆ ਉਹ ਹੋ ਗਿਆ, ਮਤਲਬ ਮੈਨੂੰ ਜਿਹੜੇ ਬਹੁਤ ਚੁੱਭਦੇ ਸੀ। ਲਿਟਰਲੀ ਅੱਜ ਮੇਰੀ ਮੈਰਿਜ ਨੂੰ 28 ਸਾਲ ਹੋ ਗਏ, ਅੱਜ ਵੀ ਉਹਨਾਂ ਨੂੰ ਇਹ ਸ਼ਿਕਾਇਤ ਹੈ। ਉਹ ਮੇਰੇ ਨਾਲ ਉਹ ਮੈਨੂੰ ਬਹੁਤ ਪਸੰਦ ਨਹੀਂ ਕਰਦੇ। ਉਹਦੇ 2 ਰੀਜ਼ਨ ਹੈ। ਇੱਕ ਤਾਂ ਮੇਰਾ ਵਿਆਹ, ਮੇਰੇ ਹਸਬੈਂਡ ਬਹੁਤ ਨੇਕ ਇਨਸਾਨ ਹੈ। ਮੈਂ ਤੁਹਾਨੂੰ ਕਹਿਣਾ ਕਿ ਪਿੰਜਰੇ ਦੇ ਵਿੱਚ ਮੈਨੂੰ ਇੱਕ ਵਾਰ ਲੱਗਿਆ ਕਿ ਮੈਂ ਪਿੰਜਰੇ 'ਚ ਆ ਗਈ, ਬਟ ਉਹੀ ਇਨਸਾਨ, ਮੈਂ ਆਪਣੇ ਹਸਬੈਂਡ ਨੂੰ ਸਾਹਬ ਜੀ ਕਹਿੰਦੀ ਹਾਂ, ਉਹ ਇੱਕ ਐਸੇ ਇਨਸਾਨ ਹੈ ਕਿ ਉਸ ਪਿੰਜਰੇ 'ਚ ਰਹਿੰਦੇ ਉਸ ਇਨਸਾਨ ਕਰਕੇ ਕਦੋਂ ਮੈਨੂੰ ਪਿੰਜਰੇ ਨਾਲ ਪਿਆਰ ਹੋ ਗਿਆ ਮੈਨੂੰ ਪਤਾ ਹੀ ਨਹੀਂ ਲੱਗਿਆ, ਜਦ ਕਿ ਮੈਂ ਪਿੰਜਰੇ 'ਚ ਉੱਡ ਸਕਦੀ ਸੀ। ਮੈਨੂੰ ਹੁਣ ਲੱਗਦਾ ਕਿ ਮੈਂ ਪਿੰਜਰੇ 'ਚ ਉੱਡ ਸਕਦੀ ਸੀ, ਪਰ ਉਸ ਇਨਸਾਨ ਕਰਕੇ ਮੈਂ ਸਭ ਕੁਝ ਬਰਦਾਸ਼ਤ ਕਰਦੀ ਰਹੀ। ਉਹ ਮੈਨੂੰ ਹਰ ਰੋਜ਼ ਮੈਨੂੰ ਇਹ ਮਿਹਣਾ ਮਿਲਦਾ ਸੀ ਕਿ ਮੁੰਡਾ ਨਹੀਂ ਹੋਇਆ, ਮੁੰਡਾ ਨਹੀਂ ਜੰਮਿਆ। ਈਵਨ ਮੇਰੇ ਮਦਰ ਇਨ ਲਾ ਨੇ ਮੈਨੂੰ ਕਹਿਣਾ, ਉਹਨਾਂ ਦੇ 3 ਪੋਤੇ ਨੇ, ਮੇਰੀਆਂ 2 ਬੇਟੀਆਂ ਨੇ, ਬਾਕੀ ਉਹਨਾਂ ਦੇ ਬੇਟਿਆਂ ਤੋਂ 3 ਪੋਤੇ ਨੇ। ਉਹਨਾਂ ਨੇ ਅਕਸਰ ਮੈਨੂੰ ਇੱਕ ਸ਼ਬਦ ਕਹਿਣੇ ਜਿਹੜੇ ਮੇਰੇ ਸੂਲ ਵਾਂਗੂ ਚੁੱਭਦੇ ਹੁੰਦੇ ਸੀ ਕਿ ਮੇਰੇ 3 ਮੁੰਡੇ ਨੇ, 3 ਪੋਤੇ ਨੇ, ਜੇ ਤੂੰ ਇੱਕ ਮੁੰਡਾ ਹੋਰ ਜੰਮ ਜਾਂਦੀ ਅਤੇ ਮੇਰੀ ਅਰਥੀ ਨੂੰ 4 ਕੰਧਾਂ ਦਿੰਦੇ, ਅੱਜ ਮੇਰੀ ਅਰਥੀ 'ਚ ਕਾਣ ਪੈ ਗਈ।
ਜਿਹੜੀ ਗੱਲ ਉਹ ਹੁਣ ਤੱਕ ਮੈਨੂੰ ਅੱਜ ਤੱਕ ਕਹਿੰਦੇ ਨੇ, ਮਤਲਬ ਇਹ ਗੱਲ ਮੈਨੂੰ ਅੱਜ ਤੱਕ ਬਰਦਾਸ਼ਤ ਨਹੀਂ ਹੁੰਦੀ ਜਦੋਂ ਮੈਨੂੰ ਇਸ ਤਰ੍ਹਾਂ ਕਹਿੰਦੇ ਨੇ, ਜਦ ਕਿ ਉਹੀ ਬੱਚੀਆਂ ਨੇ ਉਹ ਜਿਹੜੇ ਪੋਤੇ ਨੇ ਉਹਨਾਂ ਦੇ 3, ਸ਼ਾਇਦ ਉਹਨਾਂ ਨੇ ਕਦੀ ਇਹਨਾਂ ਨੂੰ ਆ ਕੇ ਨਹੀਂ ਪੁੱਛਿਆ, ਸ਼ਾਇਦ ਉਹਨਾਂ ਨੇ ਕਦੀ ਇਹਨਾਂ ਨੂੰ ਫੋਨ ਨਹੀਂ ਕੀਤਾ, ਹੈ ਨਾ। ਤੇ ਮੇਰੇ ਬਿਮਾਰ ਹੋਣ ਤੋਂ ਬਾਅਦ, ਮੇਰੇ ਬੈੱਡ ਤੇ ਆਉਣ ਤੋਂ ਬਾਅਦ ਉਹੀ ਬੱਚੀ, ਉਹ ਪੋਤੀ ਜਿਹੜੀ ਉਹਨਾਂ ਨੂੰ ਹੋਣ ਤੇ ਇੰਨੀ ਖੁਸ਼ੀ ਨਹੀਂ ਹੋਈ ਸੀ, ਅੱਜ ਉਹੀ ਪੋਤੀ ਉਹਨਾਂ ਦੇ ਜਿਹੜਾ ਖਾਣਾ ਪੀਣਾ ਸਭ ਕੁਝ ਉਹ ਉਠਾ ਰਹੀ ਹੈ, ਸਾਰਾ ਖਰਚਾ ਕਰ ਰਹੀ ਹੈ, ਸਾਰਾ ਖਰਚਾ ਕਰ ਰਹੀ ਹੈ। ਸਾਡਾ ਘਰ ਇਸ ਟਾਈਮ ਉਹਨੇ ਚੁੱਕਿਆ ਹੋਇਆ, ਕਿਉਂਕਿ ਇਸ ਟਾਈਮ ਅਗਰ ਮੈਂ ਨਹੀਂ ਕੋਈ ਵਰਕਿੰਗ ਤਾਂ ਇਸ ਟਾਈਮ ਉਹੀ ਕਰ ਰਹੀ ਹੈ, ਦੋਨੋਂ ਬੇਟੀਆਂ ਕੰਮ ਕਰ ਰਹੀਆਂ। ਬਟ ਰਣਦੀਪ ਜੀ ਇੱਕ ਗੱਲ ਦਾ ਮੈਨੂੰ ਬਹੁਤ ਜ਼ਿਆਦਾ ਉਹ ਹੈ, ਜਿਹੜੀ ਗੱਲ ਮੈਂ ਇੱਕ ਮੈਸੇਜ ਮੇਰਾ ਮਤਲਬ ਜਿਹੜੀ ਗੱਲ ਨਾ ਦਿਲ ਨੂੰ ਚੁਭਦੀ ਹੈ ਕਿ ਜਦੋਂ ਤੱਕ ਕੋਈ ਲੜਕਾ, ਕਿਸੇ ਦੇ ਘਰ ਦਾ ਲੜਕਾ ਆਪਣੇ ਪੇਰੈਂਟਸ ਨੂੰ ਸੰਭਾਲਦਾ ਵੱਡਾ ਹੋ ਕੇ, ਹੈ ਨਾ, ਉਹਨੂੰ ਕਹਿੰਦੇ ਲਾਇਕ ਪੁੱਤਰ ਹੈ, ਸ਼ਰਵਣ ਪੁੱਤਰ ਹੈ ਨਾ। ਤੇ ਜਦੋਂ ਹੀ ਕੋਈ ਕੁੜੀ, ਅੱਜ ਸਾਡੇ 2 ਕੁੜੀਆਂ, ਅਗਰ ਸਾਡੀ ਕੁੜੀ ਸਾਨੂੰ ਸੰਭਾਲ ਰਹੀ ਹੈ ਬੁਢਾਪੇ 'ਚ, ਤੇ ਉਦੋਂ ਕਹਿੰਦੇ ਮਾਪਿਓ ਤੇ ਲਾਨਤ ਹੈ, ਧੀ ਦੀ ਕਮਾਈ ਖਾਂਦੇ ਆ। ਹਾਂ, ਇਹ ਫਰਕ ਕਿਉਂ? ਦੋਗਲੇ ਕਿਰਦਾਰ ਹੈ ਨਾ, ਇਹ ਫਰਕ ਕਿਉਂ? ਪੋਤੀ ਸੰਭਾਲ ਰਹੀ ਹੈ, ਪੋਤੀ ਘਰ ਦਾ ਖਰਚਾ ਚੱਕ ਰਹੀ ਹੈ, ਪੋਤੀ ਸਭ ਕੁਝ ਕਰ ਰਹੀ ਹੈ, ਫਿਰ ਵੀ ਜਦੋਂ ਪੋਤੀ ਲਿਆ ਕੇ ਦਾਦੀ ਨੂੰ ਕੋਈ ਚੀਜ਼ ਦਿੰਦੀ ਹੈ ਤੇ ਦਾਦੀ ਅੱਗੋਂ ਕਹਿੰਦੀ ਹੈ ਖੁਸ਼ੀ ਕਾਦੀ, ਜੇ ਕਿਤੇ ਤੇਰੀ ਥਾਂ ਇੱਕ ਮੁੰਡਾ ਹੁੰਦਾ ਫੇਰ ਬਣਦੀ ਸੀ ਨਾ ਖੁਸ਼ੀ। ਤਾਂ ਜਦ ਕਿ ਉਸੇ ਪੋਤੀ ਨੇ ਉਹਨਾਂ ਦੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ। ਮੇਰੇ ਖਾਨਦਾਨ ਦੀ ਪਹਿਲੀ ਡਾਕਟਰ ਮੇਰੀ ਬੇਟੀ ਸੀ, ਰਾਈਟ। ਅਗਰ ਸਭ ਤੋਂ ਪਹਿਲਾਂ ਦੇਖੋ, ਇੱਕ ਕਿਉਂਕਿ ਇਹ ਕਿੱਥੋਂ ਸ਼ੁਰੂ ਹੁੰਦਾ, ਇਹਦੇ ਪਿੱਛੇ ਹੀ ਭਰੂਣ ਹੱਤਿਆ। ਮੈਂ ਦੁਨੀਆ 'ਚ ਕਿਸੇ ਚੀਜ਼ ਨੂੰ ਨਫ਼ਰਤ ਨਹੀਂ ਕਰਦੀ, ਸਿਰਫ ਇੱਕ ਭਰੂਣ ਹੱਤਿਆ ਨੂੰ ਨਫ਼ਰਤ ਕਰਦੀ ਹਾਂ। ਅਗਰ ਮੇਰੀ ਮਾਂ ਨੇ ਮੇਰੀ ਭਰੂਣ ਹੱਤਿਆ ਕਰ ਦਿੱਤੀ ਹੁੰਦੀ, ਮੈਂ ਇਸ ਦੁਨੀਆ 'ਚ ਨਹੀਂ ਆਈ ਹੁੰਦੀ, ਤਾਂ ਕੀ ਅੱਜ ਮੈਂ ਆਪਣੇ ਖਾਨਦਾਨ ਦੇ ਵਿੱਚ ਇੱਕ ਨੈਸ਼ਨਲ ਚੈਨਲ ਤੇ ਜਾ ਕੇ ਆਪਣੇ ਨਾਮ, ਆਪਣੇ ਉਹਦਾ ਖਾਨਦਾਨ ਦਾ ਨਾਮ ਬਣਾ ਪਾਉਂਦੀ? ਅਗਰ ਮੈਂ ਆਪਣੀ ਬੇਟੀ ਨਾ ਪੈਦਾ ਕੀਤੀ ਹੁੰਦੀ, ਭਰੂਣ ਹੱਤਿਆ ਕਰ ਦਿੱਤੀ ਹੁੰਦੀ, ਤਾਂ ਅੱਜ ਮੇਰੇ ਖਾਨਦਾਨ ਨੂੰ ਪਹਿਲੀ ਡਾਕਟਰ ਮਿਲਦੀ, ਰਾਈਟ ਜੀ। ਸੋ ਇਹ ਜਿਹੜੀ ਵਿਚਾਰਧਾਰਾ ਹੈ, ਦੋਗਲਾਪਣਾ ਨਾ, ਇਹ ਮੈਨੂੰ ਅੱਜ ਤੱਕ ਸਮਝ ਨਹੀਂ ਆਇਆ ਸਮਾਜ ਦਾ। ਤੁਹਾਡੀ ਬੇਟੀ ਜਿਹੜੀ ਹੈ ਇਸ ਵੇਲੇ, ਇੱਕ ਬੇਟੀ ਤੁਹਾਡੀ ਡਾਕਟਰ ਹੈ, MBBS ਉਹਨਾਂ ਨੇ ਕੀਤੀ ਹੈ, ਤੇ ਇੱਕ ਤੁਸੀਂ ਕਿਹਾ ਕਿ ਉਹ ਵੀ ਸ਼ੈਫ ਨੇ। ਹਾਂਜੀ, ਦੋਨੋਂ ਬੱਚੀਆਂ ਮਿਲ ਕੇ ਪਰਿਵਾਰ ਚਲਾ ਰਹੀਆਂ। ਉਹ ਦੌਰ ਜਦੋਂ ਤੁਹਾਡੇ ਪਰਿਵਾਰ ਦੇ ਉੱਤੇ ਸੰਕਟ ਆਇਆ, ਤੁਹਾਨੂੰ ਬ੍ਰੇਨ ਹੈਮਰੇਜ ਹੋ ਗਿਆ, ਤੁਸੀਂ ਕੋਮਾ ਦੇ ਵਿੱਚ ਸੀ, ਤਾਂ ਉਸ ਹਾਲਾਤ ਦੇ ਵਿੱਚ ਤੁਹਾਡੀਆਂ ਬੱਚੀਆਂ ਨੇ, ਕਿਉਂਕਿ ਉਮਰ ਉਹਨਾਂ ਦੀ ਬਹੁਤ ਛੋਟੀ ਹੋਏਗੀ, ਕਿਵੇਂ ਸੰਭਾਲਿਆ ਘਰ ਪਰਿਵਾਰ ਨੂੰ? ਮੇਰੀਆਂ ਬੇਟੀਆਂ ਨਾਲੇ ਤਾਂ ਪੜ੍ਹਦੀਆਂ ਸੀ, ਦੇਖੋ ਉਹਨਾਂ ਨੂੰ ਆਪਣਾ ਸਰਕਮਸਟੈਂਸਿਸ ਪਤਾ ਸੀ। ਰਣਦੀਪ ਜੀ, ਮੈਂ ਝੂਠ ਨਹੀਂ ਬੋਲਦੀ, ਤੁਸੀਂ ਮੇਰੇ ਬੱਚਿਆਂ ਦੇ ਸਕੂਲ ਜਾ ਕੇ ਰਿਕਾਰਡ ਦੇਖ ਸਕਦੇ ਹੋ, ਲੋਕੀ ਇਹ ਗੱਲ ਦੱਸਦੇ ਹੋਏ ਸ਼ਰਮ ਮਹਿਸੂਸ ਕਰਦੇ ਨੇ, ਰਾਈਟ। ਮੈਂ ਬੜੇ ਉਹਦੇ ਨਾਲ ਕਹਿੰਦੀ ਹਾਂ, ਫਖਰ ਨਾਲ, ਕਿ ਮੇਰੇ ਬੇਟੀਆਂ ਦੇ ਸਕੂਲ ਦੇ ਵਿੱਚ ਜਾ ਕੇ ਰਿਕਾਰਡ ਚੈੱਕ ਕਰੋ, ਹਮੇਸ਼ਾ ਜਿਹੜੀ ਉਹਨਾਂ ਦੀ ਸਕੂਲ ਦੀ ਫੀਸ ਹੈ ਲੇਟ ਫੀਸ ਨਾਲ ਗਈ ਹੈ, ਕਿਉਂਕਿ ਮੇਰੇ ਕੋਲ ਪੈਸੇ ਹੀ ਨਹੀਂ ਹੁੰਦੇ ਸੀ। ਪਤਾ ਨਹੀਂ ਕਿੱਦਾਂ ਐਫਰਟਸ ਕਰਕੇ ਮੈਂ ਉਹਨਾਂ ਦੀਆਂ ਫੀਸਾਂ ਦਿੱਤੀਆਂ, ਆਪਣੀ ਹੈਸੀਅਤ ਤੋਂ ਵੱਧ ਕੇ ਉਹਨਾਂ ਦੀਆਂ ਕੀਤੀਆਂ। ਬਟ ਜਦੋਂ ਮੈਨੂੰ ਬ੍ਰੇਨ ਹੈਮਰੇਜ ਹੋਇਆ, ਮੇਰੀ ਲਾਈਫ ਇੱਕ ਐਸੀ ਜਗ੍ਹਾ 'ਤੇ ਆ ਗਈ ਕਿ ਉਸ ਟਾਈਮ ਨਾ ਤਾਂ ਮੈਂ ਕੁਝ ਕਰ ਪਾ ਰਹੀ ਸੀ, ਹਸਬੈਂਡ ਦੀ ਜੌਬ ਚਲੀ ਗਈ ਮੈਨੂੰ ਸੰਭਾਲਣ ਪਿੱਛੇ। ਮੈਂ ਜਿਹੜੇ ਇਨਸਾਨ ਦਾ ਮੈਂ ਤੁਹਾਨੂੰ ਨਾਮ ਲਿਆ ਕਿ ਮੇਰੇ ਬ੍ਰਦਰ ਹੈ ਮੁਕੇਸ਼ ਸਿੰਧੂਰੀਆ ਜੀ, ਉਹ ਮੇਰੀ ਲਾਈਫ 'ਚ ਆਏ, ਉਹਨਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਤੂੰ ਘਰ ਸੰਭਾਲ, ਬੱਚਿਆਂ ਦੀ ਪੜ੍ਹਾਈ ਨਹੀਂ ਰੋਕਣੀ, ਉਹਨਾਂ ਦੀ ਫੀਸ ਮੈਂ ਪੇ ਕਰੂੰਗਾ। ਮੈਂ ਅੱਜ ਸਮਾਜ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਸਾਡੇ ਕੋਲ ਬਹੁਤ ਪੈਸਾ ਜਿਹੜਾ ਸਾਡੇ ਬੈਂਕਾਂ 'ਚ ਪਿਆ, ਕਿਸੇ ਦੇ ਕੰਮ ਨਹੀਂ ਆਉਂਦਾ, ਹੈ ਨਾ। ਅਗਰ ਅਸੀਂ ਉਹਦੇ 'ਚੋਂ ਇੰਨਾ ਕੁ ਪੈਸਾ ਕਿਸੇ ਦੇ ਬੱਚੇ ਦੀ ਫੀਸ ਦੇਣ ਵਾਸਤੇ ਜਾਂ ਉਹਦੀ ਜ਼ਿੰਦਗੀ ਬਣਾਉਣ ਵਾਸਤੇ ਅਸੀਂ ਯੂਜ਼ ਕਰ ਲੈਂਦੇ ਹਾਂ, ਉਹ ਘਟੇਗਾ ਨਹੀਂ ਜੀ, ਉਹ ਘਟੇਗਾ ਨਹੀਂ। ਤਾਂ ਮੈਂ ਇੱਕ ਰਿਕੁਐਸਟ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਇੱਕ ਰਿਕੁਐਸਟ ਕਰਨਾ ਚਾਹੁੰਦੀ ਹਾਂ ਵੀ ਅਗਰ ਕੁਝ ਵੀ ਤੁਹਾਡੇ ਕੋਲ ਹੈ, ਤੁਸੀਂ ਉਹ ਮਦਦ ਕਰੋ ਉਹਨਾਂ ਬੱਚਿਆਂ ਦੀ ਜਿਹੜੇ ਪੜ੍ਹਨਾ ਚਾਹੁੰਦੇ ਆ, ਅੱਗੇ ਵਧਣਾ ਚਾਹੁੰਦੇ ਆ, ਫੀਸਾਂ ਨਹੀਂ ਦੇ ਪਾਉਂਦੇ ਜਾਂ ਕਿਤਾਬਾਂ ਨਹੀਂ ਖਰੀਦ ਪਾਉਂਦੇ। ਅਗਰ ਅਸੀਂ ਉਹਨਾਂ ਦੀ ਥੋੜ੍ਹੀ ਬਹੁਤ ਮਦਦ ਕਰਦੇ ਹਾਂ ਤੇ ਉਹ ਮੇਰੇ ਬੱਚੇ ਅੱਜ ਉਹ ਸਭ ਕੁਝ ਨਾ ਬਣ ਪਾਉਂਦੇ ਅਗਰ ਉਹਨਾਂ ਦੀਆਂ ਫੀਸਾਂ ਕਿਸੇ ਹੋਰ ਨੇ ਨਾ ਦਿੱਤੀਆਂ ਹੁੰਦੀਆਂ। ਜਿੰਨੀ ਦੇਰ ਮੈਨੂੰ ਮੁਸ਼ਕਲ ਆਉਂਦੀ ਰਹੀ ਉਨੀ ਦੇਰ ਉਹ ਉਹਨਾਂ ਦੀ ਫੀਸ ਦਿੰਦੇ ਰਹੇ। ਤੁਸੀਂ ਕਿਹਾ ਸੀ ਕਿ ਤੁਹਾਡੀਆਂ ਬੇਟੀਆਂ ਤੁਹਾਨੂੰ ਕਾਕਾ ਕਹਿੰਦੀਆਂ ਨੇ, ਹਾਂ, ਉਹਦਾ ਕੀ ਕਾਰਨ ਹੈ? ਜਦੋਂ ਮੈਂ ਬੈੱਡ 'ਤੇ ਸੀ, ਕਿਉਂਕਿ ਮੈਂ ਬਿਲਕੁਲ ਨਿਊਲੀ ਬੋਰਨ ਬੇਬੀ ਵਾਂਗੂ ਹੋ ਗਈ ਸੀ, ਮੈਂ ਬੈਠ ਨਹੀਂ ਪਾਉਂਦੀ ਸੀ, ਬੈਠਣਾ ਸਿੱਖਿਆ, ਮੇਰੀ ਗ੍ਰਿਪ ਖਤਮ ਹੋ ਗਈ ਸੀ, ਹੱਥ 'ਚ ਮੈਂ ਇੱਕ ਸਪੂਨ ਵੀ ਨਹੀਂ ਫੜ ਪਾਉਂਦੀ ਸੀ। ਤਾਂ ਮੈਨੂੰ ਨਵਾਉਣਾ ਧਵਾਉਣਾ ਸਭ ਕੁਝ, ਮੇਰੀ ਵੱਡੀ ਬੇਟੀ ਉਦੋਂ 10th 'ਚ ਸੀ, 10th ਦੇ ਐਗਜ਼ਾਮ ਚੱਲ ਰਹੇ ਸੀ ਉਹਦੇ, ਅਤੇ ਛੋਟੀ ਬੇਟੀ ਬਹੁਤ ਛੋਟੀ ਸੀ, ਉਸ ਤੋਂ ਵੀ 3 ਸਾਲ ਛੋਟੀ ਹੈ, 7th 'ਚ ਸੀਗੀ। ਅਤੇ ਇਹਨਾਂ ਨੇ ਮੈਨੂੰ ਬੱਚਿਆਂ ਵਾਂਗੂ, ਨਿਊਲੀ ਬੋਰਨ ਬੇਬੀ ਵਾਂਗੂ ਸੰਭਾਲਿਆ, ਅਤੇ ਉਸ ਪੀਰੀਅਡ ਦੇ ਵਿੱਚ ਇਹ ਮੈਨੂੰ ਮੰਮਾ ਦੀ ਜਗ੍ਹਾ ਕਾਕਾ ਕਹਿਣ ਲੱਗ ਗਏ।
ਤੇ ਅੱਜ ਵੀ ਦੋਨੋਂ ਬੇਟੀਆਂ ਮੈਨੂੰ ਕਾਕਾ ਕਹਿ ਕੇ ਬੁਲਾਉਂਦੀਆਂ, ਅੱਜ ਵੀ ਉਹ ਮੇਰੇ ਨਾਲ ਤੋਤਲੀ ਭਾਸ਼ਾ 'ਚ ਬੋਲਦੀਆਂ। ਮਤਲਬ ਅਸੀਂ ਜਦੋਂ ਆਪਸ 'ਚ ਤਿੰਨੋਂ ਗੱਲ ਕਰਦੇ ਹਾਂ ਤਾਂ ਕੋਈ ਤੀਸਰਾ ਬੰਦਾ ਸਮਝ ਨਹੀਂ ਸਕਦਾ ਅਸੀਂ ਕੀ ਬੋਲ ਰਹੇ ਹਾਂ। ਜੀ, ਤੁਹਾਡਾ ਰਿਸ਼ਤਾ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣ ਗਿਆ ਹੈ ਨਾ। ਉਂਝ ਵੀ ਕਹਿੰਦੇ ਕਿ ਧੀਆਂ ਜਿਹੜੀਆਂ ਨੇ ਨਾ ਉਹ ਮਾਪਿਓ ਦੇ ਜ਼ਿਆਦਾ ਕਰੀਬ ਹੁੰਦੀਆਂ, ਉਹਨਾਂ ਦੇ ਦੁੱਖ ਤਕਲੀਫ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੀਆਂ ਹੈ ਨਾ। ਹਾਲਾਂਕਿ ਸਾਡੀ ਜਿਹੜੀ ਸਮਾਜਿਕ ਮਨੋਦਸ਼ਾ ਹੈ ਉਹ ਹਲੇ ਵੀ ਇਹੀ ਹੈ ਕਿ ਘਰ ਦਾ ਵਾਰਿਸ ਇੱਕ ਬੇਟਾ ਹੋ ਸਕਦਾ ਹੈ ਨਾ। ਪਰ ਹੌਲੀ ਹੌਲੀ ਸ਼ਾਇਦ ਸਾਨੂੰ ਇਹ ਸਮਝ ਆਏ ਕਿ ਧੀਆਂ ਵੀ ਘਰ ਨੂੰ ਚਲਾ ਸਕਦੀਆਂ ਨੇ ਤੇ ਚਲਾ ਵੀ ਰਹੀਆਂ ਨੇ। ਤੁਸੀਂ ਜਦੋਂ ਉੱਥੋਂ ਵਾਪਸ ਆਏ, ਮਾਸਟਰ ਸ਼ੈਫ ਤੋਂ ਵਾਪਸ ਆਉਣ ਤੋਂ ਬਾਅਦ ਤੁਸੀਂ ਕਿਤੇ ਹੋਰ ਵੀ ਕੰਮ ਕੀਤਾ? ਹਾਂਜੀ, ਮਾਸਟਰ ਸ਼ੈਫ 'ਚੋਂ ਜਦੋਂ ਮੈਂ ਵਾਪਸ ਆਈ, ਮੈਂ ਮਾਰਚ ਦੇ ਵਿੱਚ ਆਈ ਹਾਂ, ਮਤਲਬ 8 ਮਾਰਚ ਤੋਂ ਪਹਿਲਾਂ ਮੈਂ ਵਾਪਸ ਆ ਗਈ ਸੀ ਤੇ 18 ਮਾਰਚ ਤੋਂ ਲੋਕਡਾਊਨ ਹੋਣਾ ਸ਼ੁਰੂ ਹੋ ਗਿਆ ਸੀ। ਤਾਂ ਮੇਰੀ ਜਿਹੜੀ ਸ਼ੌਪ ਬਹੁਤ ਅੱਛੀ ਚੱਲ ਰਹੀ ਸੀ ਛੋਟੀ ਬਾਰਾਂਦਰੀ ਦੇ ਵਿੱਚ, 5 ਸਾਲ ਮੈਂ ਉੱਥੇ ਸ਼ੌਪ ਕੀਤੀ ਹੈ। ਉਹ ਸ਼ੌਪ ਮੈਨੂੰ ਬੰਦ ਕਰਨੀ ਪਈ ਲੋਕਡਾਊਨ ਕਰਕੇ। ਕਿਸ ਚੀਜ਼ ਦੀ ਸ਼ੌਪ ਸੀ? ਮੇਰਾ ਕੈਫੇ ਸੀ, ਬਰਗਰ, ਸੈਂਡਵਿਚ, ਪਾਸਤਾ ਵਗੈਰਾ। ਮੇਰਾ ਬਹੁਤ ਅੱਛਾ ਕੇਕਸ ਬਣਾਉਂਦੀ ਸੀ ਮੈਂ, ਸ਼ੂਗਰ ਫ੍ਰੀ ਕੇਕਸ ਬਣਾਉਂਦੀ ਸੀ, ਕੋਈ ਪ੍ਰੀਜ਼ਰਵੇਟਿਵਸ ਨਹੀਂ, ਕੁਛ ਨਹੀਂ। ਉਹ ਮੈਨੂੰ ਬੰਦ ਕਰਨਾ ਪਿਆ। ਬਟ ਕੋਵਿਡ ਦੇ ਵਿੱਚ ਉਦੋਂ ਬੱਚਿਆਂ ਦੀ ਸਟੱਡੀ ਚੱਲ ਰਹੀ ਸੀ, ਤੁਹਾਨੂੰ ਪਤਾ ਫੀਸਾਂ ਵੀ ਦੇਣੀਆਂ ਸੀ, ਸਭ ਕੁਝ ਕਰਨਾ ਸੀ। ਉਸ ਦਰਮਿਆਨ ਫਿਰ ਮੈਂ ਆਪਣੇ ਘਰ ਦੇ ਵਿੱਚੋਂ ਹੀ ਫੂਡ ਬਣਾ ਕੇ ਸਾਰਾ ਬਾਹਰ ਸਪਲਾਈ ਕਰਦੀ ਸੀ। ਹਰ ਬੰਦਾ ਜਿਨ੍ਹਾਂ ਨੂੰ ਆਉਣ ਜਾਣ ਦੀ ਪਰਮਿਸ਼ਨ ਹੁੰਦੀ ਸੀ ਉਹ ਘਰੋਂ ਆ ਕੇ ਪਿਕਅਪ ਕਰਦੇ ਸੀ ਔਰ ਮੇਰਾ ਫੂਡ। ਤਾਂ ਉਹ 2 ਸਾਲ ਮੈਂ ਘਰੋਂ ਕੰਮ ਕੀਤਾ। ਉਸ ਤੋਂ ਬਾਅਦ ਫਿਰ ਮੈਂ ਬਾਰਾਂਦਰੀ ਦੇ ਵਿੱਚ ਇੱਕ ਕੈਫੇ ਸੀ, ਮੈਂ ਉਸ ਕੈਫੇ 'ਚ ਕੰਮ ਕੀਤਾ ਜਿਹੜਾ ਕਿ ਬਹੁਤ ਹੀ ਉਸ ਟਾਈਮ ਬੰਦ ਹੋਣ ਦੀ ਉਸ 'ਤੇ ਸੀਗਾ। ਮਤਲਬ ਉਹਨਾਂ ਨੂੰ ਐਸੀ ਕਿ ਅਸੀਂ ਬੰਦ ਕਰ ਦੇਣਾ, ਸਾਡਾ ਚੱਲ ਨਹੀਂ ਰਿਹਾ। ਉਸ ਕੈਫੇ 'ਚ ਜਦੋਂ ਮੈਂ ਕੰਮ ਕੀਤਾ ਤਾਂ ਉਹਦੀ ਸੇਲ ਨੂੰ ਮੈਂ ਇੰਨਾ ਉੱਪਰ ਲੈ ਗਈ ਤੇ ਉੱਥੇ ਦੇ ਵਰਕਰਸ ਸੀ ਜਿਹੜੇ, ਕਿਉਂਕਿ ਮੇਰਾ ਬੱਚਿਆਂ ਨਾਲ ਨਾ ਬਹੁਤ ਹੋ ਰਿਹਾ ਕਿ ਆਪਣੇ ਪੈਰਾਂ 'ਤੇ ਹੋ ਜਾਣ ਜੀ, ਹੈ ਨਾ। ਉਹ ਸਟਾਫ ਨੂੰ ਮੈਂ ਕੰਮ ਇਸ ਤਰ੍ਹਾਂ ਸਿਖਾਇਆ ਜਿਸ ਤਰ੍ਹਾਂ ਕਿ ਮੈਂ ਖੁਦ ਆਪਣੇ ਬੱਚਿਆਂ ਨੂੰ ਸਿਖਾਇਆ। ਤੇ ਜਦੋਂ ਹੀ ਉਹਨਾਂ ਨੇ ਸਿੱਖ ਲਿਆ, ਜਦੋਂ ਬੱਚੇ ਕਰਨ ਲੱਗ ਗਏ, ਮੈਨੂੰ 2 ਦਿਨ ਦੀ ਛੁੱਟੀ ਲੈਣੀ ਪੈ ਗਈ ਕਿਸੇ ਫੈਮਿਲੀ ਪ੍ਰੋਬਲਮ ਕਰਕੇ। ਤੇ ਤੀਸਰੇ ਦਿਨ ਜਾ ਕੇ ਮੈਨੂੰ ਉਹਨਾਂ ਨੇ ਮੇਰੀ ਪੱਕੀ ਛੁੱਟੀ ਕਰਤੀ ਕਿ ਹੁਣ ਸਾਨੂੰ ਤੁਹਾਡੀ ਲੋੜ ਨਹੀਂ ਤੇ ਤੁਸੀਂ ਕੱਲ੍ਹ ਤੋਂ ਨਾ ਆਉਣਾ। ਸੋ ਉਸ ਤੋਂ ਪਹਿਲਾਂ ਜਦ ਕਿ ਮੈਂ ਬਹੁਤ ਅੱਛੀ ਕੋਚਿੰਗ, ਮੇਰੇ ਕੋਚਿੰਗ ਦੇ 3 ਗਰੁੱਪ ਚੱਲਦੇ ਸੀ। ਮੈਂ ਘਰੋਂ ਬੱਚਿਆਂ ਨੂੰ, ਜਿਹੜੇ ਬੱਚੇ ਅੱਜ ਬਾਹਰ ਜਾਂਦੇ ਆ, ਫੋਰਨ ਕੰਟਰੀਜ਼ 'ਚ ਜਾਂਦੇ ਆ, ਬਾਹਰ ਜਾ ਕੇ ਉਹਨਾਂ ਨੂੰ ਅਕਸਰ ਰੈਸਟੋਰੈਂਟਸ 'ਚ ਕੰਮ ਕਰਨਾ ਪੈਂਦਾ ਤੇ ਉਹ ਬੱਚੇ ਮੇਰੇ ਕੋਲ ਆਉਂਦੇ ਸੀ, ਕੁਕਿੰਗ ਕਲਾਸਿਸ ਲੈਂਦੇ ਸੀ। ਤੇ ਹੁਣ ਦੁਬਾਰਾ ਤੋਂ ਮੈਂ ਸ਼ੁਰੂ ਕੀਤੀਆਂ ਨੇ। ਤੇ ਉਹ ਬੱਚਿਆਂ ਨੂੰ ਉੱਥੇ ਹੁੰਦਾ ਕਿ ਜੇ ਕੁਕਿੰਗ ਸਿੱਖ ਕੇ ਗਏ ਆ ਤਾਂ ਉਹਨਾਂ ਨੂੰ ਉੱਥੇ ਜਾ ਕੇ ਡਿਸ਼ ਵਾਸ਼ਿੰਗ ਨਹੀਂ ਕਰਨੀ ਪੈਂਦੀ। ਤਾਂ ਉਹ ਬੱਚੇ ਮੇਰੇ ਕੋਲ ਕਾਫੀ ਕੁਕਿੰਗ ਸਿੱਖਣ ਆਉਂਦੇ ਆ, ਆਨਲਾਈਨ ਵੀ ਸਿੱਖਦੇ ਆ ਕੁਝ ਬੱਚੇ ਤੇ ਇਸ ਤਰ੍ਹਾਂ ਵੀ। ਤੇ ਹੁਣ ਉਹ ਕੈਫੇ ਮੈਂ ਅਪ੍ਰੈਲ 'ਚ ਛੋੜਿਆ, ਮਤਲਬ ਛੋੜਿਆ ਨਹੀਂ, ਉਹਨਾਂ ਨੇ ਮੈਨੂੰ ਕੱਢਿਆ। ਤੇ ਮਤਲਬ ਮੇਰੀ ਲਾਈਫ 'ਚ ਬਾਰ-ਬਾਰ ਹੋਇਆ ਰਣਦੀਪ ਜੀ। ਉੱਪਰ ਜਾ ਕੇ ਫਿਰ 0 ਤੇ ਆਈ, ਫਿਰ ਉੱਪਰ ਗਈ, ਫਿਰ 0 ਤੇ ਆਈ, ਫਿਰ ਉੱਪਰ ਗਈ, ਫਿਰ 0 ਤੇ ਆਈ। ਤੇ ਹੁਣ ਮੈਂ ਫਿਰ ਤੋਂ ਤਿਆਰੀ 'ਚ ਹਾਂ ਕੁਝ ਵੱਡਾ ਕਰਨ ਦੀ। ਇਹ ਹੁਣ ਬਾਬਾ ਜੀ ਨੂੰ ਪਤਾ। ਬਿਲਕੁਲ, ਕਿਉਂਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਹਿੰਦੇ ਆ ਕਿ ਤੁਸੀਂ ਮੌਤ ਨੂੰ ਹਰਾ ਕੇ ਆਏ ਹੋ, ਹੈ ਨਾ। ਵਾਰ-ਵਾਰ ਤੁਸੀਂ ਜ਼ਿੰਦਗੀ ਜਿਹੜੀ ਹੈ ਉਹ ਇਸੇ ਤਰ੍ਹਾਂ ਚੱਲਦੀ ਹੈ, ਅਸੀਂ ਡਿੱਗਦੇ ਹਾਂ, ਪਰ ਮਨੁੱਖ ਦਾ ਇਹ ਫਰਜ਼ ਬਣਦਾ ਹੈ ਨਾ ਸਾਡਾ ਇਨਸਾਨ ਹੋਣ ਦੇ ਨਾਤੇ ਕਿ ਅਸੀਂ ਫਿਰ ਤੋਂ ਉੱਠੀਏ। ਹਾਲਾਂਕਿ ਬਹੁਤ ਔਖਾ ਹੁੰਦਾ, ਪਰ ਤੁਸੀਂ ਵਾਰ-ਵਾਰ ਇਹ ਕਰ ਰਹੇ ਹੋ, ਹੈ ਨਾ। ਮੈਂ ਇਹ ਜ਼ਰੂਰ ਜਾਣਨਾ ਚਾਹੂੰਗੀ ਕਿ ਹਰਮਨ ਨੇ ਆਪਣੇ ਸਾਰੇ ਸੁਪਨੇ ਪੂਰੇ ਕੀਤੇ, ਖੁਦ ਵੀ ਕੋਸ਼ਿਸ਼ ਕੀਤੀ, ਆਪਣੀ ਬੱਚੀਆਂ ਨੂੰ ਵੀ ਅੱਗੇ ਵਧਾਇਆ। ਕੋਈ ਤੁਹਾਡਾ ਅਜਿਹਾ ਸੁਪਨਾ ਜਿਹੜਾ ਤੁਸੀਂ ਕਹਿੰਦੇ ਹੋ ਕਿ ਇਹ ਹਲੇ ਕਾਸ਼ ਹੈ? ਹਾਂਜੀ ਰਣਦੀਪ ਜੀ, ਦੇਖੋ ਜਿਵੇਂ ਮੈਂ ਦੱਸਿਆ ਕਿ ਅੱਜ ਬੱਚਿਆਂ ਨੇ ਅੱਛਾ ਖਰਚਾ ਚੁੱਕਿਆ ਹੋਇਆ, ਮੈਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਦੇਖ ਰਹੇ ਹੋ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ, ਸਭ ਕੁਝ ਹੈ। ਬਟ ਮੇਰਾ ਇੱਕ ਸੁਪਨਾ ਹੈ ਜਿਹੜਾ ਅਜੇ ਤੱਕ ਪੂਰਾ ਨਹੀਂ ਹੋਇਆ ਤੇ ਉਸ ਸੁਪਨੇ ਪਿੱਛੇ ਮੈਂ ਅੱਜ ਵੀ ਕੁਝ, ਮੈਂ ਤੁਹਾਨੂੰ ਹੁਣ ਕਹਿ ਕੇ ਹਟੀਆਂ ਕਿ ਮੈਂ ਅੱਜ ਵੀ ਕੁਝ ਹੁਣ ਨਵਾਂ ਵੱਡਾ ਕਰਨ ਦੀ ਤਿਆਰੀ 'ਚ ਹਾਂ। ਉਹ ਸੁਪਨਾ ਇਹ ਹੈ ਕਿ ਮੈਂ ਇੱਕ ਆਸ਼ਰਮ ਬਣਾਉਣਾ ਹੈ। ਆਸ਼ਰਮ ਬਣਾਉਣਾ ਜਿਹਦਾ ਨਾਮ ਮੈਂ ਉਮੀਦ ਰੱਖਣਾ ਹੈ ਜੀ। ਉਹਦੇ ਵਿੱਚ ਬਜ਼ੁਰਗ ਜਿਨ੍ਹਾਂ ਦੀ ਲੋੜ ਨਹੀਂ ਉਹਨਾਂ ਦੇ ਬੱਚਿਆਂ ਨੂੰ, ਉਹ ਹੋਣਗੇ, ਬੱਚੀਆਂ ਹੋਣਗੀਆਂ, ਉਹ ਬੱਚੇ ਹੋਣਗੇ, ਲੜਕੇ ਹੋਣ, ਲੜਕੀਆਂ ਹੋਣ, ਉਹ ਬੱਚੇ ਹੋਣਗੇ ਜਿਹੜੇ ਆਪਣੇ ਸੁਪਨੇ ਪੂਰਾ ਕਰਨਾ ਚਾਹੁੰਦੇ ਆ ਬਟ ਕਿਸੇ ਵੀ ਕਾਰਨ ਕਰਕੇ ਉਹ ਨਹੀਂ ਕਰ ਪਾ ਰਹੇ। ਉਹਨਾਂ ਨੂੰ ਉੱਥੇ 5 ਸਟਾਰ ਫੈਸਿਲਿਟੀ ਦਿੱਤੀ ਜਾਏਗੀ। ਬਟ ਹਰ ਬੰਦੇ ਨੂੰ, ਚਾਹੇ ਉਹ 5 ਸਾਲ ਦਾ ਬੱਚਾ, ਚਾਹੇ ਉਹ 10 ਸਾਲ ਦਾ ਬੱਚਾ, ਉਹਦੀ ਕੈਪੇਬਿਲਿਟੀ ਦੇ ਹਿਸਾਬ ਨਾਲ ਉੱਥੇ ਉਹ ਕੰਮ ਕਰੇਗਾ। ਉਹ ਫੈਸਿਲਿਟੀ ਉਹਨੂੰ ਦਿੱਤੀ ਜਾਏਗੀ। ਉਹਦਾ ਸਾਰਾ ਖਰਚਾ ਮੇਰੀ ਉਮੀਦ ਨਾਮ ਦੀ ਜਿਹੜੀ ਸੰਸਥਾ ਹੋਏਗੀ, ਜਿਹੜਾ ਮੇਰਾ ਆਸ਼ਰਮ ਹੋਏਗਾ, ਉਹ ਚੁੱਕੇਗਾ। ਔਰ ਉਸ ਆਸ਼ਰਮ ਦੇ ਵਿੱਚ ਫੂਡ ਦਾ ਉਹ ਹੋਏਗਾ, ਅਚਾਰ, ਚਟਨੀਆਂ, ਮੁਰੱਬੇ, ਔਰ ਅਸੀਂ ਕੁਕੀਜ਼, ਕੇਕਸ, ਉਹ ਸਭ ਕੁਝ ਉੱਥੇ ਬਣਾਵਾਂਗੇ। ਉੱਥੋਂ ਇਹ ਖਰਚਾ ਆਏਗਾ। ਉਹਦੇ ਪਿੱਛੇ ਰਣਵੀਰ ਜੀ ਮੇਰਾ ਇੱਕ ਸਵਾਰਥ ਵੀ ਹੈ। ਉਹ ਇਹ ਹੈ ਕਿ ਜਦੋਂ ਵੀ ਮੈਨੂੰ ਇਹ ਉਲਾਂਭਾ ਮਿਲਦਾ ਸੀ
ਕਿ ਤੂੰ ਮੁੰਡਾ ਨਹੀਂ ਜੰਮਿਆ, ਦੋ ਤੇ ਨਾਲ ਦੀ ਧੀਆਂ ਨੇ। ਨਾਲ ਦੀ ਨਾਲ ਇੱਕ ਉਲਾਂਭਾ ਹੋਰ ਮਿਲਦਾ ਸੀ ਕਿ ਤੇਰੀਆਂ ਧੀਆਂ ਦੇ ਪੇਕੇ ਖਤਮ ਹੋ ਜਾਣੇ ਤੇਰੇ ਮਰਨ ਤੋਂ ਬਾਅਦ। ਮਾਪਿਓ ਸਦਾ ਨਹੀਂ ਰਹਿੰਦੇ, ਧੀਆਂ ਦੇ ਪੇਕੇ ਖਤਮ ਹੋ ਜਾਣੇ, ਕਿੱਥੇ ਜਾਇਆ ਕਰਨਗੀਆਂ ਉਹ। ਸੋ ਉਹਦੇ ਪਿੱਛੇ ਮੇਰਾ ਸਵਾਰਥ ਇਹ ਹੈ ਕਿ ਜਿਹੜਾ ਇਹ ਮੈਂ ਆਸ਼ਰਮ ਬਣਾਉਂਗੀ ਉਹ ਹਮੇਸ਼ਾ ਲਈ ਮੇਰੀਆਂ ਧੀਆਂ ਦਾ ਪੇਕਾ ਘਰ ਰਹੇਗਾ, ਕਿਉਂਕਿ ਉਹਨਾਂ ਨੇ ਉਹਨੂੰ ਸੰਭਾਲਣਾ ਆਸ਼ਰਮ ਨੂੰ ਮੇਰੇ ਤੋਂ ਬਾਅਦ, ਹੈ ਨਾ। ਤੇ ਅਸੀਂ ਉਸ ਆਸ਼ਰਮ ਨੂੰ ਜਦੋਂ ਚਲਾਵਾਂਗੇ ਤੇ ਮੇਰੀਆਂ ਬੱਚੀਆਂ ਉਹਨੂੰ ਸੰਭਾਲਣਗੀਆਂ, ਤੇ ਨੈਚੁਰਲ ਗੱਲ ਹੈ ਕਿ ਉਹ ਜਦੋਂ ਮਰਜ਼ੀ ਉੱਥੇ ਜਾਣਗੀਆਂ, ਜਦੋਂ ਮਰਜ਼ੀ ਆਣਗੀਆਂ, ਤੇ ਉਹਨਾਂ ਨੂੰ ਕਦੀ ਇਹ ਫੀਲ ਨਹੀਂ ਹੋਏਗਾ ਕਿ ਸਾਡੇ ਪੇਕੇ ਨਹੀਂ ਰਹੇ। ਜੀ, ਬਹੁਤ ਤੁਸੀਂ ਸੋਹਣੀ ਤੁਹਾਡੀ ਸੋਚ ਹੈ। ਪਰਮਾਤਮਾ ਕਰੇ ਕਿ ਤੁਹਾਡੇ ਸਾਰੇ ਸੁਪਨੇ ਤੁਹਾਡੇ ਪੂਰੇ ਹੋਣ। ਤੁਹਾਡਾ ਇਹ ਉਮੀਦ ਨਾਮ ਦਾ ਜਿਹੜਾ ਆਸ਼ਰਮ ਹੈ ਇਹ ਦੂਸਰਿਆਂ ਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਉਮੀਦਾਂ ਲੈ ਕੇ ਆਏਗਾ, ਤੇ ਅਸੀਂ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਬਹੁਤ ਜਲਦੀ ਇਹ ਸ਼ੁਰੂ ਹੋਏ। ਇੱਕ ਆਖਿਰ 'ਚ ਮੈਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਅਕਸਰ ਨਾ ਅਸੀਂ ਦੇਖਦੇ ਹਾਂ, ਮੈਂ ਹਮੇਸ਼ਾ ਇਹ ਗੱਲ ਕਰਦੀ ਹਾਂ ਕਿ ਔਰਤਾਂ ਬਹੁਤ ਕੁਝ ਕਰ ਸਕਦੀਆਂ ਨੇ, ਹੈ ਨਾ, ਪਰ ਬਹੁਤ ਜਲਦੀ ਜਿਹੜਾ ਹੈ ਉਹਨਾਂ ਨੂੰ ਲੱਗਦਾ ਕਿ ਅਸੀਂ ਕੀ ਕਰ ਸਕਦੇ ਹਾਂ। ਜਦੋਂ ਘਰ ਦੇ ਵਿੱਚ ਆਰਥਿਕਤਾ ਡਾਵਾਡੋਲ ਹੁੰਦੀ ਹੈ, ਜਾਂ ਸਾਨੂੰ ਲੱਗਦਾ ਹੈ ਕਿ ਨਹੀਂ ਹਲੇ ਸਰ ਰਿਹਾ, ਸਾਨੂੰ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਅਜਿਹੀਆਂ ਔਰਤਾਂ ਨੂੰ ਕੀ ਕਹਿਣਾ ਚਾਹੋਗੇ ਕਿ ਆਪਣੇ ਆਪ ਲਈ ਕੰਮ ਕਰਨਾ ਕਿੰਨਾ ਕੁ ਜ਼ਰੂਰੀ ਹੈ? ਤੁਸੀਂ ਕੀ ਮੰਨਦੇ ਹੋ ਇਹਦੇ ਲਈ? ਦੇਖੋ, ਮੈਂ ਇਹ ਦੇਖਿਆ ਕਿ ਮੈਂ ਬਹੁਤ ਸਾਰੀ, ਦੇਖੋ ਮੈਂ ਕਿਸੇ ਦਾ ਨਾਮ ਨਹੀਂ ਲੈਂਦੀ, ਮੈਂ ਐਸੀਆਂ ਸੰਸਥਾਵਾਂ 'ਚ ਗਈ ਹਾਂ ਜਿਨ੍ਹਾਂ ਨੇ ਮੈਨੂੰ ਆਨਰ ਕੀਤਾ, ਜਿੱਥੇ ਕਿ ਪਟਿਆਲਾ ਦੀ ਕਰੀਮ ਸੀ, ਹੈ ਨਾ। ਉੱਥੇ ਸਾਹਮਣੇ ਉਹ ਇਦਾਂ ਲੱਗਦੀਆਂ ਕਿ ਬਹੁਤ ਜ਼ਿਆਦਾ, ਮਤਲਬ ਇਹਨਾਂ ਨੇ ਹਰ ਕਿੱਟੀ ਦੇ ਵਿੱਚ ਨਵਾਂ ਸੂਟ ਪਾ ਕੇ ਆਉਣਾ, ਰਾਇਲ ਫੈਮਲੀਜ਼ 'ਚ। ਉਹ ਵੀ ਲੇਡੀਜ਼ ਨੇ ਮੈਨੂੰ ਕਾਰਨਰ 'ਚ ਲਿਜਾ ਕੇ ਇਸ ਮੋਢੇ ਤੇ ਹੰਝੂ ਸੁੱਟੇ ਨੇ, ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਕੁਛ ਨਹੀਂ ਕਰਨਾ, ਸ਼ੁਰੂਆਤ ਕਰਨੀ ਹੈ, ਰਸਤਾ ਤੁਹਾਨੂੰ ਆਪਣੇ ਆਪ ਮਿਲ ਜਾਏਗਾ। ਲੜੋ ਆਪਣੇ ਹਾਲਾਤਾਂ ਨਾਲ, ਕੋਸ਼ਿਸ਼ ਕਰੋ। ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਤਾਂ ਰਸਤਾ ਆਪੇ ਤੁਹਾਡੇ ਸਾਹਮਣੇ ਆ ਜਾਏਗਾ। ਪਰ ਕੁਝ ਕਰਨਾ ਬਹੁਤ ਜ਼ਰੂਰੀ ਹੈ ਨਾ, ਇਹ ਚੀਜ਼ ਨੂੰ ਜਦ ਤੱਕ ਮੇਰੇ ਮੰਮਾ ਨੂੰ ਇੱਕ ਵਾਰੀ ਕਿਸੇ ਨੇ ਕਿਹਾ ਕਿ ਤੇਰੀ ਜਿਹੜੀ ਬੇਟੀ ਹੈ ਨਾ ਇਹ ਬਹੁਤ ਦਬੰਗ ਹੈ, ਇਹਨੂੰ ਥੋੜੀ ਲਗਾਮ ਲਗਾ। ਤੇ ਮੇਰੇ ਮੰਮਾ ਦਾ ਜਵਾਬ ਪਤਾ ਕੀ ਸੀ? ਉਹ ਕਹਿੰਦੇ ਲਗਾਮ ਘੋੜੀਆਂ ਨੂੰ ਦਿੱਤੀ ਜਾਂਦੀ ਹੈ, ਸ਼ੇਰਨੀ ਹੈ। ਜੀ, ਤਾਂ ਜਦੋਂ ਤੁਹਾਨੂੰ ਪਤਾ ਹੈ ਕਿ ਤੁਸੀਂ ਦਬ ਕੇ ਘੁੱਟ ਕੇ ਰੋ ਕੇ ਸਹਿਮ ਰਹੇ ਹੋ, ਉਹਦੇ ਨਾਲੋਂ ਅੱਛਾ ਹੈ ਨਾ ਕਿ ਤੁਸੀਂ ਉੱਠ ਜਾਓ, ਕਰੋ ਕੁਛ। ਕਿਸੇ ਨੇ ਨਹੀਂ ਆਣਾ, ਜ਼ਿੰਦਗੀ ਇੱਕ ਵਾਰ ਮਿਲੀ ਹੈ, ਤੁਸੀਂ ਉਡੀਕਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਕੋਈ ਆਏਗਾ, ਤੁਸੀਂ ਕਿਸੇ ਦੀ ਉਮੀਦ ਬਣ ਜਾਓ। ਜੀ, ਆਪਣੀ ਜ਼ਿੰਦਗੀ ਤਾਂ ਤੁਸੀਂ ਰੋ ਕੇ ਦਬ ਕੇ ਕੱਟ ਲਈ, ਹੈ ਨਾ, ਸਰਾਣੇ ਹੰਝੂਆਂ ਨਾਲ ਗਿੱਲੇ ਕਰਕੇ। ਐਟਲੀਸਟ ਤੁਸੀਂ ਆਪਣੇ ਬੱਚਿਆਂ ਨੂੰ ਤਾਂ ਉਸ ਚੋਂ ਬਾਹਰ ਕੱਢੋ ਨਾ। ਇਹ ਬਹੁਤ ਜ਼ਰੂਰੀ ਹੈ। ਮੈਮ, ਅਸੀਂ ਇੱਥੇ ਆਏ, ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ, ਤੇ ਮੈਨੂੰ ਇਹ ਲੱਗ ਰਿਹਾ ਬਿਲਕੁਲ ਕਿ ਬਹੁਤ ਕੁਝ ਮੈਂ ਤੁਹਾਡੇ ਤੋਂ ਸਿੱਖ ਕੇ ਜਾ ਰਹੀ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜੇਕਰ ਸਾਨੂੰ ਇਹ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਠਹਿਰਾਵ ਆ ਰਿਹਾ, ਸਮੱਸਿਆਵਾਂ ਆ ਰਹੀਆਂ ਨੇ, ਤਾਂ ਉਹਨਾਂ ਤੋਂ ਕਦੇ ਵੀ ਘਬਰਾਉਣਾ ਨਹੀਂ, ਲਗਾਤਾਰ ਅੱਗੇ ਵਧਦੇ ਰਹਿਣਾ ਜ਼ਰੂਰੀ ਹੈ। ਇਹਦੇ ਲਈ ਕੋਸ਼ਿਸ਼ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸਫਲਤਾ ਅਤੇ ਹਾਰ ਦੇ ਵਿੱਚ ਸਿਰਫ ਇੱਕ ਅੱਖਰ ਦਾ ਫਰਕ ਨਹੀਂ ਹੁੰਦਾ। ਅਸਫਲਤਾ ਅਤੇ ਹਾਰ ਦੇ ਵਿੱਚ ਸ਼ਬਦਾਂ ਦੇ ਹੇਰ-ਫੇਰ ਤੋਂ ਬਿਨਾਂ ਫਰਕ ਇਹ ਵੀ ਹੈ ਕਿ ਜਦੋਂ ਤੱਕ ਅਸੀਂ ਕੋਸ਼ਿਸ਼ ਦੇ ਵਿੱਚ ਹਾਂ, ਅਸੀਂ ਉਦੋਂ ਤੱਕ ਅਸਫਲ ਹਾਂ, ਪਰ ਹਾਰ ਅਸੀਂ ਉਦੋਂ ਹੀ ਜਾਂਦੇ ਹਾਂ ਜਦੋਂ ਅਸੀਂ ਕੋਸ਼ਿਸ਼ ਕਰਨੀ ਬੰਦ ਕਰਤੀ। ਸੋ ਅਸੀਂ ਕਦੇ ਹਾਰਨਾ ਨਹੀਂ ਹੈ, ਲਗਾਤਾਰ ਕੋਸ਼ਿਸ਼ ਦੇ ਵਿੱਚ ਰਵਾਂਗੇ। ਸੋ ਹੁਣ ਦਿਓ ਇਜਾਜ਼ਤ, ਮਿਲਦੇ ਹਾਂ ਅਗਲੇ ਐਪੀਸੋਡ 'ਚ।